उद्धत बंदो कार्य अनुराग। एकंकारा सतगुरु जेह प्रसाद सच होए। वाहे गुरु जी की फतेह विघ्न विनाशन सोए। वाहे गुरु जी की फतेह विघ्न विनाशन सोए। संत निकट काल मैं जब आवा। करीब अदबी परख अलावा। पातत छिन दुम बन को नाशा। तिन पेख पुन आयो इन पासा। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन, सारियां दे परिवारां विच कारोबारां विच सतगुरु चढ़दी कला बख्शन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। संत निकट काल मैं जब आवा। करीब अदबी परख अलावा। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु दूजी उदासी आरंभ करते ने। सनातन मत के धर्म स्थानां तो तीर्थ अस्थानां तो होंदियां कई देश भरमण करके सतगुरु कश्मीर पहुंचे ने। इत्थे पहाड़ी दे कोल एक नगर है। उस नगरी दे बाहर सतगुरु अपना आसन करते ने। 12 दिन बतीत हो गए, कोई व्यक्ति नहीं आया, कोई नहीं मिलया। किसी ने आके कोई सेवा
ਜਾਂ ਕੋਈ ਬਚਨ ਬਲਾਸ ਨਹੀਂ ਕੀਤਾ। ਜਦੋਂ 13ਵਾਂ ਦਿਨ ਆਉਂਦਾ ਹੈ, ਇੱਕ ਇਆਲੀ ਆਜੜੀ, ਜਿਹੜੇ ਲੋਕ ਭੇਡਾਂ ਬੱਕਰੀਆਂ ਦੁੰਬੇ ਚਾਰਦੇ ਸੀ, ਉਹ ਦੁੰਬੇ ਚਾਰਨ ਵਾਲਾ ਇੱਕ ਆਜੜੀ ਆ ਗਿਆ। ਪਰ ਉਸਨੇ ਵੀ ਹੱਦ ਕੀਤੀ ਕਿ 13ਵੇਂ ਦਿਨ ਤੂੰ ਆਇਆ ਹੈ, ਤੇ ਆਉਂਦਾ ਹੀ ਪੁੱਛਦਾ ਹੈ ਵੀ ਤੁਸੀਂ ਕੌਣ ਹੋ? ਚੋਰ ਹੋ, ਧਾੜਵੀ ਹੋ, ਲੁਟੇਰੇ ਹੋ? ਕੀ ਫਰਕ ਪੈਂਦਾ ਹੈ ਤੁਸੀਂ ਫਕੀਰਾਂ ਵਾਲੇ ਕੱਪੜੇ ਪਾਏ ਨੇ? ਜੇ ਫਕੀਰ ਹੁੰਦੇ ਤੇ ਪਿੰਡ 'ਚ ਤੁਸੀਂ ਰੋਟੀ ਮੰਗਣ ਨਾ ਆਉਂਦੇ। ਅੱਜ ਵੀ ਸਾਡੀ ਸੁਰਤੀ ਇੱਥੇ ਅੜੀ ਹੋਈ ਹੈ। ਇਹ ਯਕੀਨ ਕਰਨਾ ਕਿ ਅਸੀਂ ਜਿਸ ਵਿਅਕਤੀ ਦੇ ਕੱਪੜੇ ਚੰਗੇ ਹੋਣ, ਰਹਿਣ ਸਹਿਣ ਚੰਗਾ ਹੋਵੇ, ਅਸੀਂ ਉਹਨੂੰ ਧਾਰਮਿਕ ਨਹੀਂ ਸਮਝਦੇ। ਪਾਟੇ ਮੈਲੇ ਕੱਪੜੇ ਹੋਣ, ਸਿਰੋਂ ਪੈਰੋਂ ਨੰਗਾ ਹੋਵੇ, ਰੋਟੀਆਂ ਮੰਗ ਕੇ ਖਾਵੇ ਤੇ ਅਸੀਂ ਕਹਿੰਦੇ ਸਾਧੂ ਹੈ। ਇਹ ਸਾਡੀ ਸੁਰਤੀ ਬਿਰਤੀ ਹੈ, ਔਰ ਇਹ ਸੁਰਤੀ ਬਿਰਤੀ ਸਾਡੀ ਗੁਰੂ ਘਰਾਂ ਵਿੱਚ ਵੀ ਹੈਗੀ ਹੈ। ਇਸੇ ਕਰਕੇ ਗੁਰੂ ਕੇ ਗ੍ਰੰਥੀ ਸਾਹਿਬ ਸਾਈਕਲ ਚਲਾ ਕੇ ਨੌਕਰੀ ਕਰਨ, ਡਿਊਟੀ ਕਰਨ, ਉਹ ਵੀ 2-4 ਵਾਰੀ ਉਹਨਾਂ ਦਾ ਸਾਈਕਲ ਦੀ ਚੇਨ 'ਚ ਆ ਕੇ ਪਜਾਮਾ ਫਟਿਆ ਹੋਵੇ ਤੇ ਫਿਰ ਚੰਗਾ ਗ੍ਰੰਥੀ ਹੈ। ਤੇ ਜੇ ਵਿਚਾਰਾ ਸਕੂਟਰ ਲੈ ਲੇ, ਕਹਿੰਦੇ ਬਾਬੇ ਨੂੰ ਤੇ ਕਮਾਈ ਬੜੀ ਹੈ। ਵੀ ਤੁਹਾਡੇ ਦੁੱਖ ਸੁੱਖ ਦੀ ਅਰਦਾਸ ਕਰਦਾ ਕੋਈ, ਗੋਲਕ ਦੇ ਥੋੜਾ ਹੱਥ ਮਾਰਦਾ ਕੋਈ। ਪਰ ਇਹ ਸਾਡੀ ਇੱਕ ਸੁਰਤ ਹੈ, ਔਰ ਇਹ ਸੁਰਤ ਜਿਹੜੀ ਹੈ ਸਾਡੀ, ਇਹ ਉਸ ਇਆਲੀ ਆਜੜੀ ਵਾਲੀ ਹੈ। ਬਸ ਇਹੀ ਫਰਕ ਰਹਿ ਗਿਆ ਈਸਾਈਆਂ ਦੇ ਵਿੱਚ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਕ੍ਰਿਸਚਨ ਧਰਮ ਦਾ ਜਿਹੜਾ ਪਾਦਰੀ ਸੀ, ਪਹਿਲਾਂ ਤੇ ਕਿਹਾ ਵੀ ਇਹਨੂੰ ਫਾਦਰ ਕਹੋ। ਫਾਦਰ ਦਾ ਮਤਲਬ ਪਤਾ ਹੁੰਦਾ ਕੀ ਕਹਿਣਾ? ਪਿਓ। ਅਸੀਂ ਭਾਈ ਕਹਿੰਦੇ ਹਾਂ, ਹਾਲਾਂਕਿ ਭਾਈ ਦੇ ਅਰਥ ਬੜੇ ਵੱਡੇ ਨੇ, ਪਰ ਵੱਡਿਆਂ ਕਰਕੇ ਨਹੀਂ ਕਰਦੇ। ਅਸੀਂ ਭਾਈ ਦਾ ਮਤਲਬ ਹੁੰਦਾ ਨਖਿੱਧ, ਸਾਡੀ ਜਿਹੜੀ ਸੁਰਤੀ ਬਿਰਤੀ ਹੈ। ਐਵੇਂ ਗਿਆ ਗੁਜ਼ਰਿਆ। ਗੁਰਬਾਣੀ ਵਿੱਚ ਭਾਈ ਦਾ ਅਰਥ ਹੈ ਭਰਾ। ਬਹੁਤ ਰਿਸਪੈਕਟਡ ਸ਼ਬਦ ਹੈ, ਸਤਿਕਾਰਤ ਸ਼ਬਦ ਹੈ ਭਾਈ। ਔਰ ਸਿੱਖੀ ਵਿੱਚ ਸ਼ਬਦ ਹੀ ਭਾਈ ਹੈ। ਭਾਈ ਗੁਰਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਲੱਖੀ ਸ਼ਾਹ, ਇਹ ਜਿਹੜੇ ਸ਼ਬਦ ਸੰਤ ਆਏ ਨੇ ਜਾਂ ਜਿਹੜੇ ਸ਼ਬਦ ਹੋਰ ਆਏ ਨੇ, ਇਹ ਆਮ ਮਨੁੱਖਾਂ ਦੇ ਨਾਲ ਅੰਗਰੇਜ਼ਾਂ ਨੇ ਜੋੜੇ ਨੇ, ਕਿਉਂਕਿ ਉਹਨਾਂ 'ਚ ਸੇਂਟ ਹੁੰਦੇ ਨੇ, ਸਿੱਖੀ 'ਚ ਨਹੀਂ ਹੁੰਦੇ। ਸਿੱਖੀ 'ਚ ਸਾਰੇ ਜਿਹੜੇ ਨੇ ਉਹ ਸਿੱਖ ਹੁੰਦੇ ਨੇ, ਤੇ ਉਹਦਾ ਰਿਸਪੈਕਟਡ ਜਿਹੜਾ ਸ਼ਬਦ ਹੈ, ਅਗਰ ਕਿਸੇ ਨੇ ਕੋਈ ਉਹਨਾਂ ਦੇ ਨਾਂ ਦੇ ਨਾਲ ਕੋਈ ਸਤਿਕਾਰ ਲਾਉਣਾ ਵੀ ਹੋਵੇ ਤਾਂ ਉਹ ਭਾਈ ਸਾਹਿਬ ਹੈ। ਜਿਵੇਂ ਅਸੀਂ ਜਦੋਂ ਕਹਿੰਦੇ ਹਾਂ ਭਾਈ ਸਾਹਿਬ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਸਾਡੇ ਸ਼ਬਦ ਇਹ ਨੇ। ਹੁਣ ਸੰਤ ਸ਼ਬਦ ਜਿਹੜਾ ਹੈ ਇਹ ਅੰਗਰੇਜ਼ਾਂ ਤੋਂ ਸਾਡੇ ਵਿੱਚ ਸ਼ੁਰੂ ਹੋਇਆ, ਕਿਉਂਕਿ ਉਹਨਾਂ ਵਿੱਚ ਸੇਂਟ ਹੈ, ਸਾਡੇ ਵਿੱਚ ਨਹੀਂ ਸੀ ਹੁੰਦਾ। ਸਾਡੇ ਵਿੱਚ ਸੰਤ ਦੀ ਪਦਵੀ ਹੁੰਦੀ ਸੀ, ਨਾਮ ਨਹੀਂ ਸੀ ਹੁੰਦਾ ਕਿ ਕੋਈ ਸਿੱਖ ਬ੍ਰਹਮ ਗਿਆਨੀ, ਕੋਈ ਸਿੱਖ ਸੰਤ, ਕੋਈ ਸਿੱਖ ਸਾਧੂ। ਉਸ ਅਵਸਥਾ ਨੂੰ ਪਹੁੰਚੇ ਹੁੰਦੇ ਸੀ। ਤੋ ਇਹ ਜਿਹੜਾ ਇਆਲੀ ਸੀ, ਇਹਨੇ ਆ ਕੇ ਤੇ ਮਾੜੇ ਸ਼ਬਦ ਬੋਲੇ। ਗੁਰੂ ਜੀ ਕਹਿਣ ਲੱਗੇ ਬਈ ਚੰਗਾ ਬੰਦਾ ਹੈ ਤੂੰ, ਵੀ ਤੇਰੇ ਕੋਲੋਂ ਸੰਤਾਂ ਦੀ ਸੇਵਾ ਤੇ ਸਰੀ ਨਹੀਂ, ਉਲਟਾ ਤੋਂ ਪੁੱਠਾ ਬੋਲਣਾ ਸ਼ੁਰੂ ਕਰ ਦਿੱਤਾ। ਜਾ ਕੇ ਆਪਣਾ ਕੰਮ ਕਰ ਬਈ।
पर जदों वापस गया तो की वेख्या, दुंबे सारे मरे पए सी। इनू समझ आ गई कि मैं रब दे प्यारिਆਂ नू माड़ा बोलिया, उहदी मैनू सज़ा मिली है। फिर वापस आके इन्हें माफ़ी मंगी, ये दुंबे जीवित हो गए, जिउंदे हो गए। पर फिर इसने फैसला कर लिया भी हुण मैं दुंबिया मगर नहीं जाना, हुण मैं इस महापुरुख दे मगर जाना है। ये आके गुरु जी कोल बह गया। ये रात घर भी नहीं गया। ये नहीं गया तो दुंबे किने लैके जाने सी पिंड च। सारी रात पिंड दे लोग उड़ीकदे रहे। हुण हनेरा सी, कित्थे जाण। सवेरा दिन चढ़िया तो पिंड दे लोग भजे। तो उन्होंने की वेख्या, सतगुर निकट कितक नर आए, तिसै बलोक बैन अलाए। वो इनू लभदे लभदे सतगुरां कोल आ गए। ये सतगुरां दे शरण विच बैठा सी। आके उन्होंने कौड़े फिके शब्द बोले, जड तू बैठ रहे हो ये थाए, सगरे दुंबे कहाँ गवाए। ओ मूर्खा, इत्थे बैठा है, दुंबे कित्थे ने, वेचते ने, गवाते ने। इत्थों अज की कथा आरंभ है। आप जी बड़े प्यार दे नाल सरवण करो। हाँ जी। किह स्थान मह दीन दुराए, गह मारै न तू देहो बताए। तू ये दुंबे किते छुपा दिते ने कि वो जेड़े दुंबे ने कि तू मार दिते ने। गह मारे असी तैनू मारांगे, जे तू सानू नहीं दसेगा तो फिर असी तैनू था मारांगे। 10.5 दुंबे तू वेच दिते ने, मार दिते ने, किथे छड़ दिते ने। हाँ जी। सुन कर बोलियो बचन अयाली, इहा न बोलो गिरा कुढ़ाली। वो जेड़ा अयाली सी, आजड़ी सी, कहन लगा भी बाकी तो सब ठीक है, पर इत्थे कोई तुसी घुटाली शब्द नहीं बोलना। कोई टेढ़ा, कोई रुखा, कोई कौड़ा, कोई फिक्का, इत्थे कोई इदां दी गलती अवग्या ना करियो। सुनकर बोलियो बचन अयाली, इहा न बोलो गिरा घुटाली। देखो गलती नाल भी कहंदा, कोई टेढ़ा, कोई कठोर शब्द ना बोलना। हाँ जी। संत निकट कल मैं जब आवा, करी बेअदबी परख अलावा। कल मेरे तो गलती हुई है, जिवें अज तुसी बोले हो कल मैं बोलिया सी। मैं इन्हां संतां दे कोल आया ते आके करी बेअदबी परूख अलावा। मैं बड़े कौड़े फिक्के खरवे शब्द बोले सन। सतगुरु की बाणी सानू बार बार समझाउंदी है कि भाई ठीक बोलना चाहिए। बोलना एक कला है। अज तुसी वेखो बड़े सारे लोग ने जिहड़े बोलन करके ही दुनिया ते राज करते हैं, लोगों के दिलों ते राज करते हैं। अपनी आवाज़ के सदके वो दुनिया दे विच अपनी मान प्रतिष्ठा भी रखते हैं। ये अयाली कहन लगा भी तुसी कोई गलती ना करियो, कल मेरे तो हुई है। मैं इन्हां संतां दी बेअदबी की, मैं इन्हां संतां दे प्रति परूख रुखे कौड़े फिक्के शब्द बोले सन। हाँ जी। पातत छिन दुम्बन को नाशा, तिन पिख पुने आयो इन पासा। ते जदों मैं वापस गया तो मैं वेख्या सी मेरे सारे ही दुंबे मर गए ने। तो मैनू समझ आ गई कि ये फल मेरे बोले का फल है। ये फल जेड़ा मैं भोग रहा, जेड़ा मैनू प्राप्त होया है,
ਕਿ ਮੇਰੇ ਸਾਰੇ ਹੀ ਦੁੰਬੇ ਮਰ ਗਏ ਨੇ, ਇਹ ਮੇਰੀ ਉਸ ਕੀਤੀ ਅਵੱਗਿਆ ਦਾ, ਕੀਤੀ ਹੋਈ ਗਲਤੀ ਦਾ, ਇਹ ਉਹਦਾ ਮੈਨੂੰ ਖਮਿਆਜਾ ਮਿਲਿਆ, ਉਹਦਾ ਮੈਨੂੰ ਫਲ ਮਿਲਿਆ। ਹਾਂਜੀ। ਆਨ ਬੇਨਤੀ ਕੀਨ ਅਗਾਰੀ, ਬੰਦੇ ਚਰਨ ਮਹਾ ਸੁਖਕਾਰੀ। ਫਿਰ ਮੈਂ ਵਾਪਸ ਆ ਗਿਆ, ਆ ਕੇ ਮੈਂ ਚਰਨਾਂ ਤੇ ਮੱਥਾ ਟੇਕਿਆ, ਆ ਕੇ ਮੈਂ ਇਹਨਾਂ ਦੀ ਸ਼ਰਨ ਵਿੱਚ ਬਹਿ ਗਿਆ। ਫਿਰ ਮੈਂ ਇਹਨਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ। ਹਾਂਜੀ। ਸੁਨਤ ਸੰਤ ਇਨ ਬਚਨ ਉਚਾਰੇ, ਵਾਹਿਗੁਰੂ ਕਹਿ ਲਿਹੋ ਜਿਵਾਰੇ। ਫਿਰ ਜਦੋਂ ਇਹ ਪ੍ਰਸੰਨ ਹੋਏ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਭਾਈ ਵਾਪਸ ਜਾ, ਤੇ ਜਿਸ ਜਿਸ ਦੁੰਬੇ ਦੇ ਕੋਲ ਜਾ ਕੇ ਤੂੰ ਵਾਹਿਗੁਰੂ ਕਵੇਂਗਾ ਉਹ ਜੀਵਤ ਹੋ ਜਾਏਗਾ। ਮੈਂ ਇਉਂ ਹੀ ਜਾ ਕੇ ਕੀਤਾ, ਔਰ ਸਾਰੇ ਜਿਹੜੇ ਦੁੰਬੇ ਸਨ ਉਹ ਜਿਉਂਦੇ ਹੋ ਗਏ। ਹਾਂਜੀ। ਜਾਏ ਤਹਾਂ ਸੋ ਬਿਦ ਮੈਂ ਕੀਨੰ, ਮਾਰੇ ਜਿਤੇ ਜਿਵਾਏ ਸੋ ਦੀਨੰ। ਗੁਰੂ ਨੇ ਆਪ ਹੀ ਫਿਰ ਉਹ ਜਿਉਂਦੇ ਕਰ ਦਿੱਤੇ। ਮੇਰੇ ਲਈ ਕਹਿੰਦਾ ਵੀ ਬੜਾ ਅਚੰਭਾ ਸੀ ਕਿ ਜੇ ਮੈਂ ਅਵੱਗਿਆ ਕੀਤੀ ਤੇ ਮੈਨੂੰ ਸਜ਼ਾ ਮਿਲੀ, ਜੇ ਮੈਂ ਆ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਮੈਨੂੰ ਮਾਫ ਕਰ ਦਿੱਤਾ। ਹਾਂਜੀ। ਇਹ ਮੂਰਤ ਹੈ ਆਪ ਖੁਦਾਏ, ਮੁਝ ਤੇ ਸੰਗ ਨਾ ਛੋੜਿਓ ਜਾਏ। ਇਸ ਕਰਕੇ ਇਹ ਖੁਦਾ ਦੀ ਮੂਰਤ ਹੈ, ਇਹ ਕੋਈ ਬੰਦਾ ਨਹੀਂ ਹੈ, ਸਰੀਰ ਬੰਦੇ ਦਾ ਹੈ। ਬੰਦੇ ਦੇ ਸਰੀਰ ਵਿੱਚ ਇਹ ਰੱਬ ਦੀ ਮੂਰਤ ਹੈ। ਤੇ ਰਹੀ ਗੱਲ ਮੇਰੀ, ਕਹਿਣ ਲੱਗਾ ਮੈਂ ਤਾਂ ਨਹੀਂ ਇਹਨਾਂ ਨੂੰ ਛੱਡਾਂਗਾ, ਨਾ ਮੈਂ ਹੁਣ ਤੁਹਾਡੇ ਦੁੰਬੇ ਚਾਰਾਂ, ਨਾ ਹੁਣ ਮੈਂ ਤੁਹਾਡੀ ਮਜ਼ਦੂਰੀ ਕਰਾਂ, ਨਾ ਮੈਂ ਤੁਹਾਡੀ ਕਿਰਤ ਕਰਾਂ। ਮੈਂ ਤਾਂ ਹੁਣ ਇਹਨਾਂ ਦੀ ਸੇਵਾ ਵਿੱਚ ਰਵਾਂਗਾ, ਇਹਨਾਂ ਦੀ ਸ਼ਰਨ ਵਿੱਚ ਬੈਠਾਂਗਾ। ਹਾਂਜੀ। ਦੁੰਬੇ ਚਾਰਨ ਤੁਮਰੇ ਤਿਆਗੇ, ਖੋਜ ਲਿਹੋ ਬਨ ਮੈਂ ਅਬ ਆਗੇ। ਰਹੀ ਗੱਲ ਦੁੰਬਿਆਂ ਦੀ, ਕਹਿੰਦਾ ਜਾਓ ਜਾ ਕੇ ਲੱਭ ਲਓ। ਰਹੀ ਮੇਰੀ ਨੌਕਰੀ ਦੀ ਗੱਲ, ਕਹਿੰਦਾ ਨੌਕਰੀ ਛੱਡੀ। ਹਾਂਜੀ। ਮੋਰ ਭਰੋਸਾ ਛੋਰ ਬਹੋਰੀ, ਮਾਲ ਸੰਭਾਰੋ ਵਿਪਨ ਟੰਡੋਰੀ। ਇਸ ਕਰਕੇ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਮੋਰ ਭਰੋਸਾ ਸ਼ੋਰ ਬਹੋਰੀ। ਹੁਣ ਮੇਰੇ ਭਰੋਸੇ ਤੇ ਨਾ ਰਹਿਣਾ। ਤੁਸੀਂ ਕਹੋ ਵੀ ਚੰਗਾ ਅਸੀਂ ਚੱਲਦੇ ਹਾਂ, ਤੂੰ ਸ਼ਾਮੀ ਲੈ ਕੇ ਆ ਜੀ ਦੁੰਬੇ, ਕਹਿੰਦਾ ਮੈਂ ਨਹੀਂ ਆਉਣਾ। ਹੁਣ ਮੇਰੇ ਤੇ ਭਰੋਸਾ ਨਾ ਕਰਨਾ, ਹੁਣ ਤੁਸੀਂ ਮੈਨੂੰ ਉਡੀਕਣਾ ਨਹੀਂ। ਇਸ ਕਰਕੇ ਮਾਲ ਸੰਭਾਰੋ ਵਿਪਨ ਟੰਡੋਰੀ, ਕਹਿਣ ਲੱਗਾ ਜੀ ਜੰਗਲ ਲੱਭ ਲਓ ਤੇ ਮਾਲ ਆਪਣਾ ਸੰਭਾਲ ਲਓ, ਆਪਣੇ ਦੁੰਬੇ ਆਪਣੇ ਜਾਨਵਰ ਆਪ ਉਹਨਾਂ ਦੀ ਸੰਭਾਲ ਕਰੋ। ਹਾਂਜੀ। ਮਾਨਵ ਸਰਬ ਸੁਨੇ ਬਿਸਮਾਨੇ, ਸਾਚ ਬ੍ਰਿਤਾਂਤ ਜਬੈ ਮਨ ਜਾਣੇ। ਹੁਣ ਉਹ ਇਹੋ ਜਿਹਾ ਵਕਤ ਨਹੀਂ ਸੀ ਕਿ ਇੱਕ ਬੰਦਾ ਗੱਲ ਕਰੇ ਤੇ ਦੂਜਾ ਕਵੇ ਵੀ ਸਹੁੰ ਚੁੱਕ। ਹੁਣ ਤੇ ਉਸ ਤੋਂ ਪਹਿਲਾਂ ਸਹੁੰ ਚੁੱਕਣੀ ਪੈਂਦੀ ਹੈ, ਆਪ ਹੀ ਕਹਿਣਾ ਪੈਂਦਾ ਧਰਮ ਨਾਲ। ਮੈਨੂੰ ਪਿਓ ਦੀ ਸਹੁੰ ਲੱਗੇ, ਮੈਨੂੰ ਰੱਬ ਦੀ ਸਹੁੰ ਲੱਗੇ। ਉਹਨੂੰ ਪਤਾ ਹੈ ਕਿ ਦੁਨੀਆ ਸਮਝਦੀ ਹੈ ਤੇ ਹੈ ਹੀ ਝੂਠਾ ਹੈ। ਅੱਗੇ ਹੁੰਦਾ ਸੀ ਵੀ ਕੋਈ ਗੱਲ ਕਰੇ ਤੇ ਕੋਈ ਕਹਿੰਦਾ ਸੀ ਵੀ ਤੈਨੂੰ ਸਹੁੰ ਲੱਗੇ, ਤੇ ਬੰਦਾ ਫਿਰ ਡਰ ਜਾਂਦਾ ਸੀ। ਹੁਣ 1 2 4 ਸਹੁੰਆਂ ਤੇ ਪਹਿਲਾਂ ਹੀ ਖਾ ਲੈਂਦਾ। ਉਹ ਸਮਝਦਾ ਵੀ ਜਦੋਂ ਇੰਨੇ ਪਰੌਂਠੇ ਖਾਧੇ ਜਾ ਸਕਦੇ ਨੇ ਜਾਂ ਇੰਨੀਆਂ ਰੋਟੀਆਂ ਖਾਧੀਆਂ ਜਾ ਸਕਦੀਆਂ ਨੇ, ਤੇ 2 4 ਸਹੁੰਆਂ ਨਹੀਂ ਖਾਧੀਆਂ ਜਾ ਸਕਦੀਆਂ। ਇਸੇ ਕਰਕੇ ਰੱਬ ਬੰਦੇ ਦੀ ਕਹੀ ਗੱਲ ਤੇ ਅੱਜ ਕੋਈ ਭਰੋਸਾ ਨਹੀਂ ਕਰਦਾ। ਪਰ ਅੱਜ ਤੋਂ 400 500 ਸਾਲ ਪਹਿਲਾਂ ਲੋਕ ਵਿਸ਼ਵਾਸ ਕਰਦੇ ਸੀ। ਪਿੰਡ ਦੇ ਲੋਕਾਂ ਨੂੰ ਇੱਕ ਗੱਲ ਤੇ ਸਮਝ ਆ ਗਈ ਵੀ ਇਆਲੀ ਨੇ ਸਾਨੂੰ ਸੱਚ ਕਿਹਾ। ਮਾਨਵ ਜਿਹੜੇ ਸਨ ਉਹ ਸਰਬ ਸੁਣੇ ਬਿਸਮਾਨੇ, ਸਾਚ ਬਿਰਤਾਂਤ ਜਬੇ ਮਨ ਜਾਣੇ। ਉਹਨਾਂ ਨੂੰ ਸਮਝ ਆ ਗਈ ਵੀ ਸੱਚੀ ਗੱਲ ਹੈ, ਕੱਲ ਇੱਦਾਂ ਹੀ ਹੋਇਆ ਹੋਏਗਾ। ਦੁਬੇ ਮਰੇ ਹੋਣਗੇ, ਫਿਰ ਜਿਉਂਦੇ ਹੋਏ ਹੋਣਗੇ। ਇਸੇ ਕਰਕੇ ਨੇ ਨੌਕਰੀ ਛੱਡ ਦਿੱਤੀ ਹੈ, ਇਸੇ ਕਰਕੇ ਨੇ ਘਰ ਪਰਿਵਾਰ ਦਾ ਫਿਕਰ ਤਿਆਗ ਦਿੱਤਾ ਹੈ। ਹਾਂਜੀ। ਗੁਰ ਪਦ ਬੰਧਨ ਕੀਨੀ ਸਭ ਹੀ,
खोजियो बहुत विपन को तब ही। तदों फिर पिंड दे लोकां ने सतगुरु जी नूं मत्था टेकिया, नमस्कार कीती। मत्था टेक के नमस्कार करके फिर वो अपने दुंबे लभण चले गए। हुण ये वेखो सीखण वाली गल है। ये जरूरी नहीं है कि तुसी हर आदमी तो ज्ञान लेना है, हर आदमी तो धर्म लेना है, हर आदमी दे आखे लगना है, नहीं। पर हर आदमी का सन्मान इज्जत करने विच घटदा कुछ नहीं है। अगर तुसी हर आदमी की इज्जत करते हो तो उहदे विच तुहाडी इज्जत वधदी है। पर यह सोच लेना जी यदि मैं इज्जत करांगा तो मैनूं इहदा धर्म मनना पवेगा, नहीं, ये कोई जरूरी नहीं है। सन्मान करना होर चीज़ है, किसी की गल मननी ये उस तो अगली स्टेज है। उत्थे जाना नहीं जाना तुहाडी मर्जी है। हुण वेखो ना, मैं तुहाडी गल मन्ना या ना मन्ना ये मेरा हक है, पर मैं तुहानूं माड़ा बोला ये हक मेरा थोड़ा है। देखो ना, कोई बंदा आ रहा है, हुण आपां नूं ये ना पुछीए भी चाह पीओगे जी, लंगर छकोगे जी, बैठोगे जी, तो आप ये उन्होंने कहिए भी तू किधर मूँह चुकी है उन्हें, हुण दसो भी कोटी खानी ना, होर की है। एक आदमी आ रहा है, तुसीं उन्होंने ना पुछो, चाह पानी कुछ भी ना पुछो, तुरे आउंदे बंदे नूं फतेह बुला दिओ, फतेह बुला के गांह लंघ जाओ। तुरे आउंदे बंदे नूं राम राम कहो, आदा वर्ज कहो, उन्होंने सत श्री अकाल कहो, गांह लंघ जाओ। अगला ये तो वह भी समझता है ना भी जो ये बंदा अननोन है तो ये मतलब मेरे लिए क्यों कुछ करेगा। पर भाई संस्कार तो हैगे ने ना, घट्टो घट्ट उन्हें मैनू बुलाया तो है। और इस तो उल्ट भी याद रखना, तुसी किसी के घर जाओ तो घर दे जी तुहानू दुआ सलाम ना करन, कोई घर दा जी आके तुहानू सत श्री अकाल ना कवे, कोई फतेह ना बुलावे, तो 5 मिनटां बाद नौकर चाह लैके आ जाए, तुहानू लंघनी नहीं है। तुसी कहना भी चाह सिर च मारनी है। संत किसी ने प्यार ना सत श्री अकाल भी नहीं कही। ये सब कुछ सीखण वाला है। हुण उन्हां पिंड दे लोकां ने की कीता, उन्होंने गुरु जी नूं मत्था टेकिया, नमस्कार कीती ते अपने दुंबे लभण चले गए। हाँ जी। दुंबे ले नगरी में आए, जस गुर का तब बड़ियो महाए। जदों वो दुंबे लैके वापस आ गए, चर्चा शुरू हो गई भी राती दुंबे कित्थे सी। चलो दुंबे तो आ गए, ये आली कित्थे है। देखो एक गल याद रखना, जे तुसी सोचते हो कि बदबू नहीं लुकदी, गंदगी दी जिहड़ी स्मैल है कदी लुकी है, खुशबू किद्दां रुक जाएगी बई। जे तुहाडीआं माड़ियां गल्लां लोग जानते हैं, चंगियां किवें लुक सकदियां ने। माड़ियां गल्लां तो कोई नहीं दसदा। अगर मैं कोई माड़ा काम करांगा मैं दसांगा किसी नूं, पर अद्धियां नूं पता हुंदा भी मैं किन्ने क माड़े काम करदा। उहदा कारण है कि मैं दुनिया नूं 2 अखां नाल वेखदा ते दुनिया मैनूं 2-2 अखां नाल वेखदी है। अगर इन्हां अखां नाल मैं 100 बंदा वेखिया है तो चेता रखना 200 अखां ने मैनू सिर्फ कल्ले नूं वेखिया। वो जिवें अजकल गेमां हुंदियां ने ना, तो वड्डे वड्डे जिहड़े स्टेडियम हुंदे उन्हां च कैमरे लगे हुंदे ने। तो जदों कोई फैसला अड़ जाए रैफरियां कोलों अड़ जाए तो कहंदे भाई तीजी अख तो पुछ लो, कैमरे तो पुछो। फिर कैमरा वो चीज़ां कढ़ के लियाउंदा है जिहड़ियां तुसीं सोचियां भी नहीं हुंदियां। वो तुहाडा हर स्टैप विखाउंदा है उत्थे। फिर आपां क्रिकेट दे लोग वेखे ने कि जे उन्हें अंगूठे नाल गेंद छिली है ना तो कैमरे ने विखाती है। हुण ये चीज़ जिहड़े उत्थे खलोते हुंदे ने रैफरी वो नहीं वेख सकदे, कैमरा तो भी दस दिंदा है। सो इस करके जो 200 अखां ने बंदा वेखना है फिर बंदा छुपदा नहीं है। हुण लोकां ने ये भी पुछया ये आली कित्थे है। भावें पिंड दे बंदियां ने पिंड आके सारी गल ना कीती होवे, गल तो फिर भी निकल गई
ਵੀ ਰਾਤੀ ਦੁੰਬੇ ਕਿੱਥੇ ਸੀ। ਉਹਨਾਂ ਦੱਸਿਆ ਇੱਦਾਂ ਹੋਇਆ ਜੀ, ਇੱਦਾਂ ਹੋਇਆ ਜੀ। ਉਹਨਾਂ ਕਿਹਾ ਫਿਰ ਆਲੀ ਕਿੱਥੇ ਹੈ। ਫਿਰ ਇਹ ਵੀ ਦੱਸਣਾ ਪਿਆ ਵੀ ਉਹ ਤੇ ਗਿਆ, ਉਹ ਤੇ ਕਹਿੰਦਾ ਜੀ ਇਹ ਰੱਬ ਦੀ ਮੂਰਤ ਹੈ, ਮੈਂ ਤੇ ਇੱਥੇ ਹੀ ਰਵਾਂਗਾ। ਹੁਣ ਕੀ ਹੋਇਆ, ਹੁਣ ਚਰਚਾ ਸ਼ੁਰੂ ਹੋ ਗਈ ਨਗਰੀ ਦੇ ਵਿੱਚ। ਇਹ ਚੰਗੀ ਖਬਰ ਜਿਹੜੀ ਸੀ ਇਹ ਘਰੋਂ ਘਰ ਪਹੁੰਚ ਗਈ। ਹਾਂਜੀ। ਸਭੀ ਲੋਗ ਮਿਲ ਚਰਨੀ ਲਾਗੇ, ਭੇਟਾ ਧਰੈ ਉਪਾਇਨ ਆਗੇ। ਹੁਣ ਉਹ ਨਗਰੀ ਦੇ ਲੋਕ ਜਿਹੜੇ ਨੇ ਉਹ ਫਿਰ ਆ ਕੇ ਗੁਰੂ ਜੀ ਨੂੰ ਮੱਥਾ ਟੇਕਦੇ ਨੇ। ਉਹ ਸਭੀ ਲੋਕ ਮਿਲ ਚਰਨੀ ਲਾਗੇ, ਭੇਟਾ ਧਰੇ ਉਪਾਇਨ ਆਗੇ। ਉਹ ਫਿਰ ਆ ਕੇ ਗੁਰੂ ਜੀ ਦੇ ਅੱਗੇ ਭੇਟਾਵਾਂ ਰੱਖਦੇ ਨੇ, ਗੁਰੂ ਜੀ ਦੇ ਅੱਗੇ ਉਹ ਆਪਣਾ ਸਿਰ ਝੁਕਾਉਂਦੇ ਨੇ, ਹੱਥ ਜੋੜਦੇ ਨੇ, ਮੱਥਾ ਟੇਕਦੇ ਨੇ। ਹਾਂਜੀ। ਖੁਸ਼ੀ ਹੋਨ ਸ਼੍ਰੀ ਗੁਰ ਕੀ ਲਾਗੀ, ਪਾਹੁਲ ਲੈਨ ਲੱਗੇ ਬੜ ਭਾਗੀ। ਖੁਸ਼ੀ ਗੁਰੂ ਜੀ ਦੀ ਲੋਕਾਂ ਦੇ ਵਿੱਚ ਵਧੀ ਹੈ ਤੇ ਸਾਰੇ ਲੋਕ ਜਿਹੜੇ ਸੀ ਉਹ ਕਹਿਣ ਲੱਗੇ ਜੀ ਸਾਨੂੰ ਆਪਣੀ ਚਰਨ ਪੌੜ ਦਿਓ, ਸਾਨੂੰ ਆਪਣੇ ਸਿੱਖ ਬਣਾਓ। ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਕੰਮ ਵੇਖੋਗੇ, ਤੁਸੀਂ ਕਹੋਗੇ ਜੀ ਸਾਨੂੰ ਵੀ ਇਹਦੀ ਮੈਂਬਰਸ਼ਿਪ ਦਿਓ। ਕੋਈ ਵੀ ਅਗਰ ਬੰਦਾ ਤਰੱਕੀ ਕਰਦਾ ਹੈ, ਕੋਈ ਬੰਦਾ ਵੀ ਚੰਗੇ ਪਾਸੇ ਜਾਂਦਾ ਹੈ, ਤੇ ਅਸੀਂ ਵੀ ਕਵਾਂਗੇ ਸਾਨੂੰ ਵੀ ਸ਼ਾਮਲ ਕਰੋ ਜੀ ਇਹਦੇ 'ਚ। ਇੱਕ ਇਆਲੀ ਤੋਂ ਜਦੋਂ ਲੋਕ ਪ੍ਰੇਰਿਤ ਹੋਏ, ਕਹਿਣ ਲੱਗੇ ਵੀ ਅਸੀਂ ਕਿਉਂ ਮਗਰ ਰਹੀਏ ਬਈ, ਅਗਰ ਇਹ ਰੱਬ ਦੀ ਮੂਰਤ ਹੈ ਤੇ ਕਹਿਣ ਲੱਗੇ ਮਹਾਰਾਜ ਆਪਣਾ ਅੰਮ੍ਰਿਤ ਵੀ ਦਿਓ, ਚਰਨ ਪੌਹਲ ਵੀ ਬਖਸ਼ੋ। ਹਾਂਜੀ। ਸਤਿਗੁਰ ਕੋ ਸਿਮਰਨ ਮੁਖ ਕਰਹੀ, ਸਰਬ ਵਿਕਾਰ ਹਿਰਦੈ ਪਰ ਹਰਹੀ। ਹੁਣ ਇਹ ਲੋਕ ਗੁਰੂ ਦਾ ਸਿਮਰਨ ਕਰਨ ਲੱਗ ਗਏ। ਇਹ ਲੋਕ ਜਿਹੜੇ ਨੇ ਹੁਣ ਸਾਰੇ ਵਕਾਰ ਇਹਨਾਂ ਨੇ ਛੱਡਣੇ ਸ਼ੁਰੂ ਕਰ ਦਿੱਤੇ। ਦੇਖੋ ਸਿਮਰਨ ਦਾ ਅਰਥ ਹੀ ਹੈ, ਸਾਡੀ ਗਲਤੀ ਕੀ ਹੈ, ਅਸੀਂ ਮਲਟੀ ਫੰਕਸ਼ਨ ਕਰਦੇ ਹਾਂ। ਅਸੀਂ ਮੈਖਾਨੇ ਵਿੱਚ ਬਹਿ ਕੇ ਸ਼ਰਾਬ ਵੀ ਪੀਂਦੇ ਹਾਂ, ਮਸੀਤ ਵਿੱਚ ਜਾ ਕੇ ਚੰਦਾ ਵੀ ਦਿੰਦੇ ਹਾਂ, ਤੇ ਸੋਚ ਸਾਡੀ ਬੜੀ ਵਧੀਆ ਹੈ ਵੀ ਅੱਲਾ ਵੀ ਖੁਸ਼ ਹੈ, ਸ਼ੈਤਾਨ ਵੀ ਖੁਸ਼ ਹੈ। ਨਹੀਂ, ਇੱਦਾਂ ਨਹੀਂ ਹੈ। ਜਦੋਂ ਤੁਸੀਂ ਰੱਬ ਦੇ ਰਸਤੇ 'ਤੇ ਤੁਰਨਾ ਹੈ ਤਾਂ ਫਿਰ ਤੁਹਾਨੂੰ ਮਾੜੀਆਂ ਗੱਲਾਂ ਛੱਡਣੀਆਂ ਪੈਣਗੀਆਂ, ਮਾੜੇ ਵਕਾਰ ਛੱਡਣੇ ਪੈਣਗੇ। ਇੱਕ ਬੰਦਾ ਦੋ ਕੰਮ ਨਹੀਂ ਕਰ ਸਕਦਾ। ਇਹ ਕਦੇ ਵੀ ਨਹੀਂ ਹੋ ਸਕਦਾ ਵੀ ਤੁਸੀਂ ਮਾੜੇ ਕੰਮ ਵੀ ਕਰੋਗੇ ਔਰ ਚੰਗੇ ਵੀ ਨਹੀਂ ਕਰੋਗੇ, ਇਹ ਕਦੇ ਨਹੀਂ ਹੋ ਸਕਦਾ। ਇਹ ਇੱਕ ਹੀ ਕੰਮ ਤੁਹਾਡੇ ਕੋਲੋਂ ਹੋਣਾ ਹੈ, ਮਾੜੇ ਛੱਡੋਗੇ ਤਾਂ ਚੰਗੇ ਹੋਣਗੇ, ਚੰਗੇ ਕਰੋਗੇ ਤਾਂ ਮਾੜੇ ਰਹਿਣਗੇ ਹੀ ਨਹੀਂ। ਹਾਂਜੀ। ਪੁਰ ਮਹਿ ਗਵਨੇ ਪੁਨ ਗੁਣ ਖਾਨੀ, ਧਰਮਸਾਲ ਇੱਕ ਰਚੀ ਮਹਾਨੀ। ਫਿਰ ਸਤਿਗੁਰੂ ਜੀ ਉਸ ਨਗਰੀ ਦੇ ਵਿੱਚ ਆਪਣੇ ਚਰਨ ਪਾਉਂਦੇ ਨੇ। ਫਿਰ ਉਹ ਜਿਹੜੇ ਪਿੰਡ ਦੇ ਲੋਕ ਨੇ ਉਹ ਉੱਥੇ ਧਰਮਸ਼ਾਲਾ ਬਣਾਉਂਦੇ ਨੇ। ਹਾਂਜੀ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਸਿੱਖੀ ਮਗ ਤਿਸ ਦੇਸ਼ ਚਲਾਇਓ। ਇਸ ਤਰ੍ਹਾਂ ਨਾਮ ਦਾਨ ਇਸ਼ਨਾਨ, ਸਤਿਗੁਰੂ ਨੇ ਕਿਹਾ ਭਾਈ ਇਹ ਤਿੰਨ ਕੰਮ ਕਰਨੇ ਨੇ। ਇਸ਼ਨਾਨ ਕਰਨਾ ਹੈ ਸਵੇਰੇ ਉੱਠ ਕੇ, ਫਿਰ ਪਾਠ ਕਰਨਾ ਹੈ, ਕਿਰਤ ਕਰਕੇ ਫਿਰ ਲੋਕਾਂ ਦੇ ਵਿੱਚ ਵੰਡ ਕੇ ਵੀ ਛਕਣਾ ਹੈ। ਇਹ ਤਿੰਨ ਚੀਜ਼ਾਂ ਸਤਿਗੁਰੂ ਨੇ ਦ੍ਰਿੜ ਕਰਾਈਆਂ। ਸਿੱਖੀ ਮਗ ਤਿਸ ਦੇਸ਼ ਚਲਾਇਓ। ਇਉਂ ਸਿੱਖੀ ਜਿਹੜੀ ਹੈ ਉਸ ਦੇਸ਼ ਵਿੱਚ ਪ੍ਰਚਲਿਤ ਹੋਈ, ਪ੍ਰਗਟ ਹੋਈ। ਹਾਂਜੀ। ਮਹਿਮਾ ਪੁਰ ਮਹਿ ਬਦੀ ਅਪਾਰਾ, ਲਿਖੈ ਸ਼ਬਦ ਗੁਰ ਕਰੈ ਉਚਾਰਾ। ਇਉਂ ਗੁਰੂ ਜੀ ਦੀ ਮਹਿਮਾ ਵਧੀ ਹੈ ਤੇ ਲੋਕ ਗੁਰੂ ਕੀ ਬਾਣੀ ਦੇ ਸ਼ਬਦ ਲਿਖਣ ਲੱਗ ਗਏ। ਕਹਿਣ ਲੱਗੇ ਜੀ ਮਗਰੋਂ ਕੀ ਕਰਾਂਗੇ। ਸਤਿਗੁਰੂ ਕਹਿੰਦੇ ਬਾਣੀ ਪੜ੍ਹਨੀ। ਕਹਿਣ ਲੱਗੇ ਜੀ ਬਾਣੀ ਲਿਖਾ ਦਿਓ ਫਿਰ, ਕਿਉਂਕਿ ਉਦੋਂ ਗੁਟਕੇ ਪੋਥੀਆਂ ਤੇ ਹੁੰਦੀਆਂ ਨਹੀਂ ਸੀ। ਫਿਰ ਉਹਨਾਂ ਨੇ ਆਪਣੇ ਕੋਲ ਬਾਣੀ ਲਿਖ ਕੇ ਰੱਖੀ ਹੈ ਤਾਂ ਕਿ ਅਸੀਂ ਬਾਣੀ ਪੜ੍ਹ ਸਕੀਏ। ਹਾਂਜੀ। ਪੜ੍ਹੈ ਪ੍ਰੀਤ ਸੋ ਕੀਰਤ ਕਰਹੀ, ਸ਼੍ਰੀ ਨਾਨਕ ਮਹਿ ਸ਼ਰਦਾ ਧਰਹੀ। ਇਸ ਤਰ੍ਹਾਂ ਪ੍ਰੀਤ ਨਾਲ ਉਹ ਬਾਣੀ ਪੜ੍ਹਦੇ ਨੇ, ਕੀਰਤੀ ਕਰਦੇ ਨੇ। ਉਹਨਾਂ ਦੀ ਸ਼ਰਧਾ, ਉਹਨਾਂ ਦਾ ਸਤਿਕਾਰ ਗੁਰੂ ਦੇ ਚਰਨਾਂ ਵਿੱਚ ਵਧਿਆ। ਹਾਂਜੀ।
ਤਹ ਇਕ ਪੰਡਤ ਰਹਿਤ ਸੁਜਾਨਾ, ਸਭ ਵਿਦਿਆ ਮੈਂ ਨਿਪੁੰਨ ਨਿਧਾਨਾ। ਇੱਥੇ ਇੱਕ ਪੰਡਤ ਵੀ ਰਹਿੰਦਾ ਸੀ ਜਿਹਨੂੰ ਆਪਣੀ ਵਿਦਿਆ ਤੇ ਬੜਾ ਹੰਕਾਰ ਸੀ, ਬੜਾ ਗੁਰੂਰ ਸੀ ਉਹਨੂੰ ਕਿ ਮੇਰੇ ਜਿੰਨਾ ਗਿਆਨ ਕਿਸੇ ਨੂੰ ਨਹੀਂ ਹੋ ਸਕਦਾ, ਮੇਰੇ ਜਿੰਨੀ ਸੋਝੀ ਕਿਸੇ ਨੂੰ ਨਹੀਂ ਹੋ ਸਕਦੀ, ਮੇਰੇ ਜਿੰਨੀ ਵਿਦਿਆ ਕਿਸੇ ਕੋਲ ਨਹੀਂ ਹੋ ਸਕਦੀ। ਇੰਨਾ ਪੜ੍ਹਿਆ ਲਿਖਿਆ ਕੌਣ ਹੋ ਸਕਦਾ ਜਿੰਨਾ ਮੈਨੂੰ ਧਰਮ ਗ੍ਰੰਥਾਂ ਦਾ ਗਿਆਨ ਹੈ। ਪਹਿਲੀ ਗੱਲ ਤਾਂ ਇਹਨੇ ਧਰਮ ਗ੍ਰੰਥ ਕਿਸੇ ਨੇ ਪੜ੍ਹੇ ਹੀ ਨਹੀਂ ਹੋਣੇ, ਉਹਦੇ ਅਰਥ ਕਰਨੇ ਤਾਂ ਦੂਰ ਦੀ ਗੱਲ, ਉਹ ਕੰਠ ਕਰਨੇ ਤਾਂ ਦੂਰ ਦੀ ਗੱਲ। ਹਾਂਜੀ। ਸ਼੍ਰੀ ਨਾਨਕ ਮਹਿਮਾ ਤਿਨ ਸੁਣੀ, ਦਰਸ਼ਨ ਕਰੋ ਹਿਰਦੈ ਅਸ ਗੁਨੀ। ਨਾਨਕ ਮਹਿਮਾ ਤਿੰਨ ਸੁਣੀ, ਉਹਨੇ ਸੁਣਿਆ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ, ਵਡਿਆਈ ਨੂੰ, ਕਿਉਂਕਿ ਦੁਨੀਆ ਚਰਨ ਪੌਲ ਲੈ ਰਹੀ ਹੈ, ਦੁਨੀਆ ਬਾਣੀ ਪੜ੍ਹ ਰਹੀ ਹੈ, ਦੁਨੀਆ ਸ਼ਬਦ ਆਪਣੇ ਕੋਲ ਸੰਭਾਲਣ ਲਈ ਲਿਖ ਰਹੀ ਹੈ। ਹੁਣ ਇਹ ਖਬਰ ਉਸ ਪੰਡਤ ਨੂੰ ਵੀ ਪਤਾ ਲੱਗੀ ਵੀ ਮੈਨੂੰ ਤਾਂ ਪੁੱਛਦਾ ਕੋਈ ਨਹੀਂ, ਮੈਂ ਏਡਾ ਵਿਦਵਾਨ ਆ, ਇਹ ਕੌਣ ਹੈ ਜਿਹਦੀ ਬਾਹਰੋਂ ਆਏ ਦੀ ਪੂਜਾ ਸ਼ੁਰੂ ਹੋ ਗਈ। ਬਈ ਦਰਸ਼ਨ ਕਰੋ ਹਿਰਦੇ ਅਸ ਗੁਣੀ, ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਦਰਸ਼ਨ ਤੇ ਕਰਾਂ, ਪਤਾ ਤੇ ਕਰਾਂ, ਵੇਖਾਂ ਤੇ ਸਹੀ ਜਾ ਕੇ ਵੀ ਉਹਦੇ ਕੋਲ ਕੀ ਹੈ ਜਿਹੜਾ ਮੇਰੇ ਕੋਲ ਨਹੀਂ ਹੈ, ਤੇ ਮੈਨੂੰ ਦੁਨੀਆ ਕਿਉਂ ਨਹੀਂ ਪੂਜਦੀ ਤੇ ਉਹਦੇ ਮਗਰ ਕਿਉਂ ਲੱਗੀ ਹੋਈ ਹੈ। ਹਾਂਜੀ। ਪੁਸਤਕ ਲੱਦੇ ਉਸ਼ਟ ਜਿਨ ਦੋ, ਗਮਨਤ ਸੰਗ ਰਹਿਤ ਹੈ ਸੋ। ਉਹਦੇ ਕੋਲ 2 ਊਠਾਂ ਦਾ ਭਾਰ, ਇਹਦੀ ਬੜੀ ਸੋਹਣੀ ਵਿਆਖਿਆ ਭਾਈ ਵੀਰ ਸਿੰਘ ਨੇ ਕੀਤੀ ਹੈ ਵੀ ਕਸ਼ਮੀਰ 'ਚ ਊਠ ਨਹੀਂ ਹੁੰਦੇ। ਪੁਰਾਣੇ ਸਮੇਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ। ਮੈਂ ਵੀ ਜਦੋਂ ਛੋਟਾ ਜਿਹਾ ਸੀ ਨਾ, ਤੇ ਜਦੋਂ ਕੋਈ ਲੈਣ ਦੇਣ ਕਰਦਾ ਸੀ ਤੇ ਇਦਾਂ ਹੀ ਕਰਦਾ ਸੀ ਵੀ ਕਿਸੇ ਦੇ ਘਰੋਂ ਦੁੱਧ ਲੈ ਆਉਣਾ, ਕਹਿਣਾ ਵੀ ਇੰਨੀਆਂ ਗੜਵੀਆਂ ਲੈ ਆਓ, ਇੰਨੀਆਂ ਮੋੜ ਦਿਓ ਜੇ। ਭਾਂਡੇ ਰੱਖੇ ਹੁੰਦੇ ਸੀ, ਭਾਂਡਿਆਂ ਦੇ ਅਕੋਰਡਿੰਗ ਹੀ ਸਭ ਚੱਲਦਾ ਸੀ ਵੀ ਇੰਨੇ ਪੀਪੇ ਦਾਣਿਆਂ ਦੇ ਲੈ ਲਓ, ਇੰਨੇ ਪੀਪੇ ਦਾਣਿਆਂ ਦੇ ਵਾਪਸ ਕਰ ਦਿਓ। ਤੋਲ ਵੀ ਇਦਾਂ ਹੀ ਹੁੰਦਾ ਸੀ, 2 ਗੱਡਿਆਂ ਦੇ ਤੋਲ, 2 ਊਠਾਂ ਦੇ ਤੋਲ, 2 ਖੋਤਿਆਂ ਦੇ ਤੋਲ, ਖੱਚਰਾਂ ਦੇ ਤੋਲ। ਇੱਕ ਲਿਮਟ ਮੰਨੀ ਜਾਂਦੀ ਸੀ ਵੀ ਇੰਨਾ ਕੁ ਭਾਰ ਜਿਹੜਾ ਹੈ ਉਹ ਇਹ ਜਾਨਵਰ ਚੁੱਕ ਸਕਦਾ ਹੈ। ਤੇ ਇਹ ਅਮੂਮਨ ਇਹ ਮੰਨ ਲਿਆ ਜਾਂਦਾ ਸੀ ਵੀ ਉਹਨਾਂ ਕੁ ਭਾਰ, 2 ਊਠਾਂ ਦੇ ਭਾਰ, ਜਿੰਨਾ ਭਾਰ ਊਠ ਚੁੱਕ ਸਕਦਾ ਹੈ ਇੱਕ ਊਠ, ਇੱਦਾਂ ਦੇ 2 ਊਠਾਂ ਦਾ ਭਾਰ ਉਹਦੇ ਕੋਲੇ ਧਰਮ ਗ੍ਰੰਥ ਹੀ ਸਨ। ਤੁਸੀਂ ਸੋਚ ਲਓ ਵੀ ਇੱਕ ਊਠ ਕਿੰਨੇ ਮਣ ਭਾਰ ਚੁੱਕ ਸਕਦਾ ਹੈ, ਕਿੰਨੇ ਕੁਆਂਟਲ ਭਾਰ ਚੁੱਕ ਸਕਦਾ ਹੈ ਇੱਕ ਊਠ, ਤੇ 2 ਊਠ ਕਿੰਨਾ ਚੁੱਕ ਸਕਦੇ ਨੇ। ਜਿਵੇਂ ਅੱਜ ਕੱਲ੍ਹ ਗੱਡੀ ਹੈ, ਗੱਡੀ ਨੂੰ ਕਿੱਦਾਂ ਮਿਣਿਆ ਜਾਂਦਾ ਹੈ? ਹਾਰਸ ਪਾਵਰ। ਹਾਰਸ ਪਾਵਰ ਕੀ ਹੈ? ਘੋੜਿਆਂ ਦੀ ਤਾਕਤ ਮਿਣੀ ਗਈ ਹੈ। ਕੋਈ 1 ਹਾਰਸ ਪਾਵਰ ਹੈ, ਕੋਈ 1.5 ਹਾਰਸ ਪਾਵਰ ਹੈ, ਕੋਈ 2 ਹੈ, ਕੋਈ 4 ਹੈ, ਕੋਈ 8 ਹੈ, ਕੋਈ 10 ਹੈ, ਕੋਈ 20 ਹੈ, ਕੋਈ 50 ਹੈ। ਘੋੜਿਆਂ ਦੀ ਤਾਕਤ ਤੋਂ ਕਾਰਾਂ ਦੀ, ਸਕੂਟਰਾਂ ਦੀ, ਮੋਟਰਸਾਈਕਲਾਂ ਦੀ, ਟਰੈਕਟਰਾਂ ਦੀ, ਟਰੱਕਾਂ ਦੀ ਪਾਵਰ ਗਿਣੀ ਗਈ ਹੈ। ਇਵੇਂ ਤੋਲ ਮੰਨੇ ਗਏ। 2 ਊਠਾਂ ਦੇ ਤੋਲ ਭਾਰ, ਇਹ ਬੰਦਾ ਧਰਮ ਗ੍ਰੰਥੀ ਨਾਲ ਲੈ ਕੇ ਤੁਰਿਆ ਫਿਰਦਾ ਸੀ। ਐਡਾ ਆਪਣੇ ਆਪ ਨੂੰ ਵਿਦਵਾਨ ਸਮਝਦਾ ਸੀ, ਐਡਾ ਵੱਡਾ ਉਹ ਆਪਣੇ ਆਪ ਨੂੰ ਇਹਨਾਂ ਧਰਮ ਗ੍ਰੰਥਾਂ ਦੇ ਪਠਨ ਪਾਠਨ ਵਾਲਾ ਪੰਡਤ ਮੰਨਦਾ ਸੀ। ਹਾਂਜੀ। ਸਾਲ ਗ੍ਰਾਮ ਗਲੇ ਮਹਿ ਪਾਵਾ, ਤਨ ਮਹਿ ਦਵਾਦਸ਼ ਤਿਲਕ ਲਗਾਵਾ। ਇਹਦੇ ਗਲ ਵਿੱਚ ਸਾਲ ਗ੍ਰਾਮ ਹੁੰਦਾ ਸੀ, ਇੱਕ ਪੱਥਰ, ਉਹ ਹਮੇਸ਼ਾ ਗਲ ਵਿੱਚ ਪਾ ਕੇ ਰੱਖਦਾ ਸੀ ਤੇ ਆਪਣੇ ਸਰੀਰ ਦੇ ਉੱਤੇ ਚੱਕਰ ਬਣਾਉਂਦਾ ਸੀ, ਮੱਥੇ ਦੇ ਉੱਤੇ ਤਿਲਕ ਲਾਉਂਦਾ ਸੀ। ਇੱਥੇ ਭਾਈ ਵੀਰ ਸਿੰਘ ਹੋਰਾਂ ਨੇ ਇਹਦੇ ਸਾਰੇ ਉਹ ਥਾਂ ਦੱਸੇ ਨੇ, ਮੱਥਾ, ਗਲਾ, ਛਾਤੀ, ਪੇਟ, ਵੱਖੀਆਂ, ਮੋਢੇ, ਬਾਹਾਂ, ਪਿੱਠ, ਲੱਕ, ਸਭ ਥਾਵਾਂ ਦੇ ਉੱਤੇ ਉਹਨੇ ਚਿੰਨ੍ਹ ਬਣਾਏ ਸੀ, ਚੱਕਰ ਬਣਾਏ ਸੀ।
ਤਿਲਕ ਲਾਏ ਸੀ। ਹਾਂਜੀ, ਜਹ ਬੈਠੇ ਬੇਦੀ ਕੁਲ ਦੀਪਾ, ਸੋ ਪੰਡਤ ਚਲ ਆਏ ਸਮੀਪਾ। ਇਹ ਉੱਥੇ ਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਦੋ ਊਠਾਂ ਦੇ ਭਾਰੇ ਦੇ ਕੋਲੇ ਧਰਮ ਗ੍ਰੰਥ ਨੇ, 12 ਥਾਵਾਂ ਤੇ ਇਹਨੇ ਚੱਕਰ ਤੇ ਤਿਲਕ ਲਾਏ ਹੋਏ ਨੇ, ਚਿੰਨ੍ਹ ਬਣਾਏ ਹੋਏ ਨੇ ਸਰੀਰ ਦੇ ਉੱਤੇ। ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਲੈ ਕੇ, ਇੱਛਾ ਤੋਂ ਭਾਵੇਂ ਨਹੀਂ ਵੀ ਸਿੱਖ ਵਾਲੀ ਇੱਛਾ ਹੈ, ਸ਼ਰਧਾ ਹੈ, ਨਹੀਂ, ਗੱਲ ਇੰਨੀ ਹੈ ਵੀ ਮੈਂ ਏਡਾ ਵਿਦਵਾਨ, ਮੇਰੀ ਤੇ ਲੋਕ ਪੂਜਾ ਕਰਦੇ ਨਹੀਂ, ਤੇ ਇਹ ਕੌਣ, ਇਹਦੇ ਕੋਲੇ ਕੀ ਹੈ, ਇਹਦੇ ਮਗਰ ਇੰਨੀ ਦੁਨੀਆ ਕਿਵੇਂ ਤੁਰੀ ਫਿਰਦੀ ਹੈ। ਹਾਂਜੀ, ਬੈਠਿਓ ਰਾਮ ਰਾਮ ਕੋ ਕਰ ਕੈ, ਵਿਦਿਆ ਗਰਭ ਰਹਿਓ ਔਰ ਭਰ ਕੈ। ਉਹਨੇ ਆ ਕੇ ਮੱਥਾ ਨਹੀਂ ਟੇਕਿਆ। ਹਾਂ, ਇੰਨੀ ਗੱਲ ਉਹਨੇ ਜ਼ਰੂਰ ਕਹੀ ਹੈ, ਰਾਮ 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 ਰਾਮ। ਉਹਨੇ ਆਪਣੇ ਇਸ਼ਟ ਦਾ, ਆਪਣੇ ਧਰਮ ਦੇ ਮੁਤਾਬਕ, ਪੰਡਤ ਸੀਗਾ, ਹੋ ਸਕਦਾ ਉਹਨੇ ਸ਼੍ਰੀ ਰਾਮ ਕਿਹਾ ਹੋਵੇ। ਉਹਨੇ ਆਪਣੇ ਇਸ਼ਟ ਦਾ ਨਾਂ ਲਿਆ 2 ਵਾਰੀ ਔਰ ਬੈਠ ਗਿਆ। ਰਾਮ ਰਾਮ ਕੋ ਕਰਕੇ ਬੈਠਿਓ, ਵਿਦਿਆ ਗਰਭ ਰਹਿਓ ਔਰ ਭਰ ਕੇ। ਉਹਦੇ ਅੰਦਰ ਇੱਕ ਗੁਰੂਰ ਹੈ ਕਿ ਮੇਰੇ ਜਿੱਡਾ ਵਿਦਵਾਨ ਤਾਂ ਕੋਈ ਹੋ ਹੀ ਨਹੀਂ ਸਕਦਾ। ਇਹਨਾਂ ਕੋਲੇ ਕਿੱਥੇ ਹੋਣੀ ਇੰਨੀ ਵਿਦਿਆ, ਇਹ ਇੰਨੇ ਪੜ੍ਹੇ ਲਿਖੇ ਨਹੀਂ ਹੋ ਸਕਦੇ ਜਿੰਨਾ ਮੈਂ ਪੜ੍ਹਿਆ ਲਿਖਿਆ। ਹਾਂਜੀ, ਬੋਲਿਓ ਬਾਹਰੋ ਬਚਨ ਦੁਰਾਸਾ, ਸੰਤ ਹੋਏ ਕਿਉ ਖਾਵਤ ਮਾਸਾ। ਫਿਰ ਉਹ ਬੜੇ ਖੋਟੇ ਸ਼ਬਦ ਬੋਲਿਆ, ਉਹ ਤੇ ਆਲੀ ਤੋਂ ਵੀ ਗਾਂਹ ਟੱਪ ਗਿਆ। ਵੇਖੋ, ਪੜ੍ਹੇ ਤੇ ਅਨਪੜ੍ਹ 'ਚ ਕੀ ਫਰਕ ਹੈ। ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਨਾ, ਉਦੋਂ ਇੱਕ ਨਵੀਂ ਕਹਾਵਤ ਬਣੀ ਸੀ ਕਿ ਕੋਈ ਪੜ੍ਹਾ ਰਿਹਾ ਸੀ ਵੀ ਜਿਹੜਾ ਪੜ੍ਹਿਆ ਲਿਖਿਆ ਹੈ ਉਹਦੇ ਨਾਲ ਗੱਲ ਕਰੀਏ ਤਾਂ ਹਾਂਜੀ ਕਹਿੰਦਾ ਹੈ, ਤੇ ਅਨਪੜ੍ਹ ਨਾਲ ਗੱਲ ਕਰੀਏ ਤਾਂ ਉਹ ਅੱਗੋਂ ਹੰਗਾਰਾ ਹਾਹੋ ਕਹਿੰਦਾ ਹੈ। ਵੀ ਪੜ੍ਹੇ ਲਿਖੇ ਔਰ ਅਨਪੜ੍ਹ ਦਾ ਇੰਨਾ ਫਰਕ ਹੈ ਵੀ ਇੱਕ ਹਾਹੋ ਕਹਿੰਦਾ ਹੈ, ਇੱਕ ਹਾਂਜੀ ਕਹਿੰਦਾ ਹੈ। ਤੇ ਸਾਹਮਣੇ ਵਾਲਾ ਬੰਦਾ ਉਹਨੂੰ ਪੁੱਛਦਾ ਵੀ ਤੂੰ ਪੜ੍ਹਿਆ ਲਿਖਿਆ, ਕਹਿੰਦਾ ਹਾਹੋ, ਉਹ ਹੱਸ ਪਿਆ। ਵੀ ਪੜ੍ਹੇ ਲਿਖੇ ਤੇ ਅਨਪੜ੍ਹ ਦਾ ਕੀ ਫਰਕ ਹੋਇਆ? ਵੀ ਜਿਹੋ ਜਿਹੇ ਸ਼ਬਦ ਇਹ ਹੁਣ ਬੋਲਣ ਲੱਗਾ, ਇਹੋ ਜਿਹੇ ਤੇ ਆਜੜੀ ਵੀ ਬੋਲ ਗਿਆ ਸੀ, ਤੇ ਫਿਰ ਉਹਦੇ ਅਨਪੜ੍ਹ ਹੋਣ ਵਿੱਚ ਤੇ ਇਹਦੇ ਪੜ੍ਹੇ ਲਿਖੇ ਹੋਣ ਵਿੱਚ ਕੀ ਫਰਕ ਹੋਏਗਾ? ਪੜ੍ਹੇ ਲਿਖੇ ਹੋਣ ਦਾ ਅਰਥ ਇਹ ਨਹੀਂ ਕਿ ਤੁਸੀਂ ਪੜ੍ਹੇ ਲਿਖੇ ਹੋ। ਪੜ੍ਹੇ ਲਿਖੇ ਦਾ ਅਰਥ ਇਹ ਹੈ ਕਿ ਉਹ ਪੜ੍ਹਾਈ ਲਿਖਾਈ ਤੁਹਾਡੇ ਵਿੱਚੋਂ ਪ੍ਰਗਟ ਵੀ ਹੋਣੀ ਚਾਹੀਦੀ ਹੈ, ਉਹ ਤੁਹਾਡੇ ਮਿਲਣ ਵਰਤਨ ਵਿੱਚੋਂ, ਤੁਹਾਡੇ ਵਿਹਾਰ ਵਿੱਚੋਂ ਸਾਬਤ ਵੀ ਹੋਣੀ ਚਾਹੀਦੀ ਹੈ। ਇਹਨੇ ਆ ਕੇ ਤੇ ਖੋਟੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਦੁਰਾਸਾ, ਸੰਤ ਹੋਏ ਕਿ ਉਹ ਖਾਵਤ ਮਾਸਾ। ਕਹਿੰਦਾ ਜੀ ਸੰਤ ਮਾਸ ਕਿਵੇਂ ਖਾ ਸਕਦਾ ਹੈ? ਹਾਂਜੀ, ਕਿਉ ਤਨ ਉਪਰ ਚਰ ਮੰਗਲੀਨਾ, ਇਹ ਤੁਮ ਕਰਮ ਵਿਪਰਜੈ ਕੀਨਾ। ਕਹਿਣ ਲੱਗਾ ਜੀ ਤਨ ਦੇ ਉੱਤੇ ਇਹ ਜਿਹੜੀ ਤੁਸੀਂ ਪਸ਼ਤੂਣ ਧਾਰਨ ਕੀਤੀ ਹੈ, ਇਹ ਕਿਉਂ ਕੀਤੀ ਹੈ? ਇਹ ਤੁਮ ਕਰਮ ਵਿਪਰਜੇ ਕੀਨਾ, ਵੀ ਤੁਹਾਨੂੰ ਆਪਣਾ ਤਨ ਇਹਦਾ ਢੱਕਣ ਦੀ ਕੀ ਲੋੜ ਹੈ? ਹਾਂਜੀ, ਗੁਰ ਉਪਰ ਤਬ ਥੀ ਪੁਸ਼ਤੀ ਨੰ, ਸੁਨ ਪੰਡਤ ਕੇ ਬਚਨ ਪ੍ਰਬੀਨੰ। ਗੁਰੂ ਜੀ ਨੇ ਉਹਦੇ ਬਚਨ ਸੁਣੇ। ਉਹ ਆਪਣੇ ਆਪ ਦੇ ਵਿੱਚ ਬੜਾ ਪ੍ਰਬੀਨ ਸੀ, ਸਿਆਣਾ ਸੀ, ਅਤ ਸੁੰਦਰ, ਕੁਲੀਨ, ਚਤੁਰ, ਮੁਖ ਗਿਆਨੀ, ਧਨਵੰਤ। ਮਿਰਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਉਹ ਇੱਦਾਂ ਦਾ ਪੰਡਤ ਸੀ। ਉਹਦੇ ਬਚਨ ਜਦੋਂ ਗੁਰੂ ਜੀ ਨੇ ਸੁਣੇ ਨੇ, ਹਾਂਜੀ, ਸਿੱਖਿਆ ਦੇਨ ਹੇਤ ਤਿਹ ਸੰਗਾ, ਉਚਰਿਓ ਸ਼ਬਦ ਸੁਪ੍ਰੇਮ ਉਮੰਗਾ। ਤਦੋਂ ਸਤਿਗੁਰੂ ਜੀ ਨੇ ਇਹ ਸ਼ਬਦ, ਇਹ ਸ਼ਲੋਕ ਅੱਜ ਆਸਾ ਕੀ ਵਾਰ ਦੀ ਬਾਣੀ ਵਿੱਚ ਦਰਜ ਹੈ। ਇਹ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਉਚਾਰਿਆ। ਹਾਂਜੀ, ਸੁਨ ਪੰਡਤ ਬਿਨ ਸਤਿਗੁਰੂ, ਮਾਰਗ ਹਾਥ ਨ ਆਏ। ਬਿਨ ਤਾਰੀ ਤਾਰੋ ਭਿਰਿਓ, ਖੁੱਲੇ ਨਾ ਕਰੇ ਉਪਾਏ। ਹੁਣ ਸ਼ਬਦ ਸੀ ਸ਼ਲੋਕ ਮਹੱਲਾ
ਪਹਿਲਾ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਲੇਖੇ ਦੇ ਵਿੱਚ ਤੇ ਇੱਕੋ ਹੀ ਗੱਲ ਪੈਣੀ ਹੈ, ਬਾਕੀ ਗੱਲਾਂ ਤੇ ਸਾਰੀਆਂ ਝੱਖ ਮਾਰਨ ਦੇ ਤੁਲ ਨੇ। ਹਾਂਜੀ। ਪੂਰਨ ਪੁੰਜ ਪੁੰਨ ਜਬ ਹੋਏ, ਮਿਲਹਿ ਗੁਰੂ ਉਪਦੇਸ਼ੈ ਸੋਏ। ਜਦੋਂ ਸਤਿਗੁਰੂ ਨੇ ਇਹ ਸ਼ਬਦ ਉਚਾਰਿਆ, ਸੁਣ ਪੰਡਤ ਬਿਨ ਸਤਿਗੁਰ ਮਾਰਗ ਹਾਥ ਨਾ ਆਈ। ਗੁਰੂ ਜੀ ਕਹਿਣ ਲੱਗੇ, ਸੁਣ ਪੰਡਤ, ਤੂੰ ਪੜ੍ਹ ਲੈ ਜਿੰਨਾ ਪੜ੍ਹਨਾ ਹੈ, ਪੜ੍ਹਨ ਨਾਲ ਕੀ ਫਰਕ ਪੈਂਦਾ ਹੈ, ਪਰ ਇੱਕ ਗੱਲ ਦਾ ਧਿਆਨ ਰੱਖੀ, ਰਸਤਾ ਨਹੀਂ ਮਿਲੇਗਾ। ਇਹਨਾਂ ਕਿਤਾਬਾਂ ਤੋਂ ਤੈਨੂੰ ਮਾਰਗ ਨਹੀਂ ਮਿਲਣਾ, ਮਾਰਗ ਤਾਂ ਗੁਰੂ ਦੇਵੇਗਾ। ਮੁਕਤੀ ਦਾ ਰਸਤਾ ਜਿਹੜਾ ਹੈ, ਇਹ ਮੁਕਤ ਪਦਾਰਥ ਸਤਿਗੁਰ ਦੈ ਹੈ। ਗੁਰੂ ਤੋਂ ਬਿਨਾਂ ਕੌਣ ਦੇ ਸਕਦਾ? ਇਹ ਧਰਮ ਗ੍ਰੰਥਾਂ ਦੇ ਇਕੱਠੇ ਕੀਤੇ ਗਿਆਨ ਤੋਂ ਤੇਰੀ ਮੁਕਤੀ ਨਹੀਂ ਹੋਣੀ ਪੰਡਤ। ਹਾਂਜੀ। ਸਾਰਾ ਸਾਰ ਲਖਾਵੈ ਜਬੈ, ਗ੍ਰਹਿਣ ਤਿਆਗਨੋ ਜਾਣੈ ਤਬੈ। ਬਿਨ ਤਾਰੀ ਤਾਰੋ ਭਿਰਿਓ, ਖੁੱਲੇ ਨਾ ਕਰੇ ਉਪਾਏ। ਸਤਿਗੁਰੂ ਕਹਿਣ ਲੱਗੇ, ਸੁਣ, ਤਾਲਾ ਹੋਵੇ ਬੰਦ ਤੇ ਤੂੰ ਦੱਸ ਕਿ ਕੁੰਜੀ ਤੋਂ ਬਿਨਾ ਖੁੱਲ ਸਕਦਾ? ਇਹ ਠੀਕ ਹੈ, ਜਿੰਦਰਾ ਤੋੜਿਆ ਤੇ ਜਾ ਸਕਦਾ, ਪਰ ਜੇ ਉਹਨੂੰ ਖੋਲਣਾ ਹੋਵੇ ਤੇ ਸਿਰਫ ਇੱਕੋ ਹੀ ਤਰੀਕਾ, ਉਹ ਹੈ ਚਾਬੀ। ਹੁਣ ਜਿੰਦਰਾ ਤੋੜਨਾ ਨੇਕ ਬੰਦਿਆਂ ਦਾ ਕੰਮ ਨਹੀਂ ਹੁੰਦਾ, ਲਾਇਕ ਯੋਗ ਬੰਦਿਆਂ ਦਾ ਕੰਮ ਨਹੀਂ ਹੁੰਦਾ। ਉਹ ਦੂਜੀ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹਨਾਂ ਵਾਸਤੇ ਜਿੰਦਰਾ ਵੀ ਮਾਇਨਾ ਨਹੀਂ ਰੱਖਦਾ, ਚਾਬੀ ਵੀ ਮਾਇਨਾ ਨਹੀਂ ਰੱਖਦੀ। ਪਰ ਜਿਹੜੀ ਚੰਗੀ ਦੁਨੀਆ ਹੈ, ਉਹਦੇ ਵਿੱਚ ਜਿੰਦਰੇ ਦੀ ਬਹੁਤ ਕੀਮਤ ਹੈ। ਜਿੰਦਰੇ ਦਾ ਅਰਥ ਹੁੰਦਾ ਰੁਕ ਜਾ ਭਾਈ, ਅੱਗੇ ਬੰਦ ਹੈ। ਤਾਂ ਫਿਰ ਉਹ ਕਹਿੰਦੇ ਬਈ ਚਾਬੀ ਮੰਗਾਓ, ਪਤਾ ਕਰੋ ਇਹ ਕਲਾ ਕਿਹਦੇ ਕੋਲ ਹੈ, ਕੌਣ ਖੋਲ ਸਕਦਾ। ਸਤਿਗੁਰੂ ਕਹਿਣ ਲੱਗੇ, ਜਿਹੜਾ ਰੱਬ ਦੇ ਘਰ ਦਾ ਰਸਤਾ ਹੈ, ਉਹਦੇ ਅੱਗੇ ਜਿੰਦਰਾ ਲੱਗਿਆ ਹੋਇਆ ਹੈ ਤੇ ਉਹਦੀ ਚਾਬੀ ਗੁਰੂ ਤੋਂ ਬਿਨਾਂ ਮਿਲ ਨਹੀਂ ਸਕਦੀ। ਬਿਨ ਤਾਰੀ ਤਾਰੋ ਭਿਰਿਓ, ਖੁੱਲੇ ਨਾ ਕਰੇ ਉਪਾਏ। ਤੁਸੀਂ ਜਿੰਨਾ ਮਰਜ਼ੀ ਉਪਾਅ ਕਰ ਲੈਣਾ, ਇਹ ਤਾਲਾ ਖੁੱਲੇਗਾ ਨਹੀਂ। ਹਾਂਜੀ। ਪੂਰਨ ਪੁੰਜ ਪੁੰਨ ਜਬ ਹੋਏ, ਮਿਲੈ ਗੁਰੂ ਉਪਦੇਸ਼ੈ ਸੋਏ। ਇਸ ਤਰ੍ਹਾਂ ਜਦੋਂ ਪੂਰਨ ਪੁੰਜ ਪੁੰਨ ਜਬ ਹੋਏ, ਜਦੋਂ ਜੀਵਨ ਦੇ ਪੁੰਨ ਪੂਰੇ ਹੋ ਜਾਣ, ਚੰਗੇ ਕੰਮ, ਨੇਕ ਕਰਮ, ਤੁਹਾਡੀ ਨੇਕੀ, ਤੁਹਾਡੀ ਦਇਆ, ਤੁਹਾਡਾ ਤਰਸ, ਤੁਹਾਡਾ ਸਤ ਸੰਤੋਖ, ਤੁਹਾਡੀ ਕੀਤੀ ਸੇਵਾ, ਤੁਹਾਡਾ ਕੀਤਾ ਸਿਮਰਨ, ਇਹ ਜਦੋਂ ਕਮਾਈ ਤੁਹਾਡੀ ਇਕੱਠੀ ਹੁੰਦੀ ਹੈ, ਇਹ ਪੁੰਨ ਪੁੱਜ ਜਬ ਹੋਏ ਤੇ ਮਿਲੇ ਗੁਰੂ ਉਪਦੇਸ਼ੈ ਸੋਏ, ਤਦੋਂ ਗੁਰੂ ਮਿਲਦਾ। ਗੁਰੂ ਐਵੇਂ ਨਹੀਂ ਮਿਲਦਾ, ਤੇ ਗੁਰੂ ਮਿਲੇ ਤੇ ਗੁਰੂ ਉਪਦੇਸ਼ ਦਿੰਦਾ ਹੈ। ਇਹ ਤਾਂ ਸਿੱਖ ਦੀ ਪਰਿਭਾਸ਼ਾ ਵਿੱਚ ਵੀ ਲਿਖਿਆ ਹੋਇਆ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਅਸੀਂ ਸੋਚਦੇ ਵੀ ਰੱਬ ਦੀ ਕਿਰਪਾ ਹੈ ਵੀ ਉਹਨੇ ਘਰ ਦੇ ਦਿੱਤਾ ਹੈ, ਕੋਠੀ ਦੇ ਦਿੱਤੀ ਹੈ, ਕਾਰ ਦੇ ਦਿੱਤੀ ਹੈ, ਉਹਨੇ ਪੈਸੇ ਬੜੇ ਦੇ ਦਿੱਤੇ ਨੇ, ਫੈਕਟਰੀਆਂ ਲਾ ਦਿੱਤੀਆਂ ਨੇ। ਨਹੀਂ, ਇਹ ਰੱਬ ਦੀ ਕਿਰਪਾ ਨਹੀਂ ਹੈ। ਅਗਰ ਇਹ ਰੱਬ ਦੀ ਕਿਰਪਾ ਮੰਨੀ ਜਾਏ ਤੇ ਬੜੀ ਛੋਟੀ ਜੀ ਕਿਰਪਾ ਹੈ, ਬੜੀ ਥੋੜੀ ਜੀ ਕਿਰਪਾ ਹੈ। ਜਿੱਦਣ ਰੱਬ ਆਪਣੀ ਪੂਰੀ ਕਿਰਪਾ ਕਰੇਗਾ ਤਾਂ ਫਿਰ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਗੁਰੂ ਦੀ ਕਿਰਪਾ ਹੋਏਗੀ ਤਾਂ ਜੁਗਤੀ ਸਮਝ ਆਏਗੀ। ਜੁਗਤੀ ਉਪਦੇਸ਼ ਤੋਂ ਬਿਨਾਂ ਆਉਂਦੀ ਨਹੀਂ। ਤੇ ਉਪਦੇਸ਼ ਕੌਣ ਦੇਗਾ? ਉਪਦੇਸ਼ ਗੁਰੂ ਦੇਗਾ। ਫਿਰ ਜਦੋਂ ਰੱਬ ਤਰੁੱਠਦਾ ਹੈ
ਤੇ ਸਤਿਗੁਰੂ ਦਾ ਉਪਦੇਸ਼ ਮਿਲਦਾ, ਸਤਿਗੁਰੂ ਦੀ ਸਿੱਖਿਆ, ਸਤਿਗੁਰੂ ਦਾ ਗਿਆਨ ਮਿਲਦਾ। ਮਿਲੇ ਗੁਰੂ ਉਪਦੇਸ਼ੈ ਸੋਏ, ਗੁਰੂ ਮਿਲੇਗਾ ਤੇ ਗਿਆਨ ਦੇਵੇਗਾ। ਅੱਜ ਸਾਨੂੰ ਚੀਜ਼ਾਂ ਦੀ ਲੋੜ ਨਹੀਂ ਹੈ, ਗਿਆਨ ਦੀ ਲੋੜ ਹੈ। ਚੀਜ਼ਾਂ ਲੈ ਕੇ ਵੀ ਮਨੁੱਖ ਵਿਅਰਥ ਬੈਠੇ ਨੇ, ਕਿਉਂਕਿ ਜੇ ਉਹਨਾਂ ਦੀ ਸਾਨੂੰ ਵਰਤੋਂ ਨਹੀਂ ਆਉਂਦੀ, ਉਹਨਾਂ ਦਾ ਸਾਨੂੰ ਤਰੀਕਾ ਨਹੀਂ ਆਉਂਦਾ, ਤੇ ਉਹ ਚੀਜ਼ਾਂ ਸਾਡੇ ਲਈ ਸਾਰੀਆਂ ਜਿਹੜੀਆਂ ਨੇ ਉਹ ਬੇਅਰਥ ਨੇ ਭਾਈ। ਹਾਂਜੀ। ਸਾਰਾ ਸਾਰ ਲਖਾਵੈ ਜਬੈ, ਗ੍ਰਹਿਣ ਤਿਆਗਨੋ ਜਾਣੈ ਤਬੈ। ਸਤਿਗੁਰੂ ਕਹਿੰਦੇ ਗੁਰੂ ਮਿਲੇਗਾ ਤੇ ਸਾਰਾ ਸਰ, ਸੱਚ ਤੇ ਝੂਠ, ਇਹਦੀ ਸਮਝ ਹੀ ਉਦੋਂ ਆਉਣੀ। ਗੁਰੂ ਨੇ ਦੱਸਣਾ ਸੱਚ ਕੀ ਹੈ ਤੇ ਝੂਠ ਕੀ ਹੈ। ਗ੍ਰਹਿਣ ਤਿਆਗਣੋ ਜਾਣੇ ਤਬੇ, ਗੁਰੂ ਮਿਲੇਗਾ ਤੇ ਪਤਾ ਲੱਗੇਗਾ ਵੀ ਗ੍ਰਹਿਣ ਕੀ ਕਰਨਾ ਹੈ ਤੇ ਤਿਆਗ ਕੀ ਕਰਨਾ ਹੈ। ਅੱਜ ਜਿਹਨੂੰ ਮਰਜ਼ੀ ਦੁਨੀਆ 'ਚ ਪੁੱਛ ਲਓ, ਕੋਈ ਕਹਿੰਦਾ ਜੀ ਮੈਂ ਗੰਢੇ ਨਹੀਂ ਖਾਂਦਾ, ਕੋਈ ਕਹਿੰਦਾ ਮੈਂ ਲਸਣ ਨਹੀਂ ਖਾਂਦਾ। ਹੁਣ ਇਹ ਚੀਜ਼ਾਂ ਛੱਡਣ ਵਾਲੀਆਂ ਥੋੜ੍ਹਾ ਨੇ। ਛੱਡਣ ਵਾਲੀ ਚੀਜ਼ ਤਾਂ ਸੀਗੀ ਝੂਠ, ਧੋਖਾ, ਫਰੇਬ, ਕਪਟ, ਨਿੰਦਿਆ, ਚੁਗਲੀ, ਚੋਰੀ, ਯਾਰੀ, ਇਹ ਚੀਜ਼ਾਂ ਛੱਡਣ ਵਾਲੀਆਂ ਸੀ। ਇਹ ਤਾਂ ਛੱਡੀਆਂ ਹੀ ਨਹੀਂ। ਕੋਈ ਕਹਿੰਦਾ ਜੀ ਮੈਂ ਚਾਹ ਨਹੀਂ ਪੀਂਦਾ, ਕੋਈ ਕਹਿੰਦਾ ਜੀ ਮੈਂ ਗੰਢੇ ਨਹੀਂ ਖਾਂਦਾ। ਹੁਣ ਇਹਨਾਂ ਚੀਜ਼ਾਂ ਦਾ ਕੀ ਅਰਥ ਹੈ? ਹੁਣ ਚਾਹ ਨੂੰ ਵੀ ਇੱਕ ਕ੍ਰਾਈਮ ਮੰਨ ਲਿਆ ਗਿਆ, ਪਰ ਜਦੋਂ ਪਤਾ ਲੱਗਿਆ ਵੀ ਇਹਦੀ ਤੇ ਖੇਤੀ ਹੈ, ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈ, ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਇਹ ਤਾਂ ਤੁਹਾਡੀ ਸਰੀਰਕ ਤੰਦਰੁਸਤੀ ਦੇ ਵਿੱਚ ਇੱਕ ਤੁਹਾਡਾ ਹਿੱਸਾ ਹੈ। ਇਹ ਤੇ ਆਮ ਫੂਡ ਵਰਗਾ ਫੂਡ ਹੈ, ਆਮ ਭੋਜਨ ਵਰਗਾ ਇੱਕ ਭੋਜਨ ਹੈ। ਜਿਵੇਂ ਹੋਰ ਚੀਜ਼ਾਂ ਖਾਣੇ ਉਹੋ ਜਿਹੀ ਇੱਕ ਚੀਜ਼ ਇਹ ਵੀ ਹੈ ਖਾਣ ਵਾਲੀ। ਹੋਰ ਤਾਂ ਕੁਝ ਵੀ ਨਹੀਂ ਹੈਗਾ, ਪਰ ਅਸੀਂ ਇਹਨਾਂ ਚੀਜ਼ਾਂ ਦੀ ਅਹਿਮੀਅਤ ਵਿੱਚ ਪੈ ਗਏ। ਇੱਕ ਨੇ ਕਹਤਾ ਜੀ ਬਾਬਾ ਜੀ ਚਾਹ ਨਹੀਂ ਪੀਂਦੇ, ਦੂਜਿਆਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੁੱਛੋ ਵੀ ਬਾਕੀ ਕੀ ਛੱਡਿਆ ਉਹਨੇ? ਛੱਡਿਆ ਕੁਝ ਵੀ ਨਹੀਂ। ਤੋ ਇਸ ਕਰਕੇ ਛੱਡਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਤੇ ਗ੍ਰਹਿਣ ਕਰਨ ਵਾਲੀਆਂ ਚੀਜ਼ਾਂ ਗੁਰੂ ਦੱਸੇਗਾ। ਧਾਰਨ ਕੀ ਕਰਨਾ ਹੈ? ਧਰਮ, ਧੀਰਜ, ਸਤ, ਸੰਤੋਖ, ਇਹ ਧਾਰਨ ਕਰਨਾ ਹੈ, ਇਹ ਗ੍ਰਹਿਣ ਕਰਨਾ ਹੈ। ਸੱਚ ਬੋਲਣਾ ਇਹ ਧਾਰਨ ਕਰਨਾ ਹੈ, ਝੂਠ ਬੋਲਣਾ ਇਹ ਛੱਡਣਾ ਹੈ। ਹੁਣ ਇੱਥੇ ਕਿਸੇ ਨੇ ਵਾਲ ਕਟਾਉਣੇ ਸ਼ੁਰੂ ਕਰਤੇ, ਕਿਸੇ ਨੇ ਰੱਖਣੇ ਸ਼ੁਰੂ ਕਰਤੇ। ਇਹ ਬਾਹਰ ਮੁਖੀ ਰਹਿਤ ਹੈ, ਹਰ ਧਰਮ ਦੀ ਆਪਣੀ ਆਪਣੀ ਹੈ। ਇਹ ਬਾਹਰ ਮੁਖੀ ਰਹਿਤ ਹੈ। ਇਸੇ ਕਰਕੇ ਸਿੱਖ ਧਰਮ ਨੂੰ ਜਦੋਂ ਵੀ ਤੁਸੀਂ ਪੜ੍ਹੋਗੇ ਉਹਦੇ ਵਿੱਚ ਦੋ ਚੀਜ਼ਾਂ ਨੇ, ਸੂਰਤ ਵੀ ਹੈ, ਸੀਰਤ ਵੀ ਹੈ। ਤੁਹਾਡੀ ਬਾਹਰਲੀ ਰਹਿਤ ਵੀ ਜ਼ਰੂਰੀ ਹੈ, ਪਰ ਉਹਦੇ ਨਾਲ ਤੁਹਾਡੀ ਅੰਦਰਲੀ ਰਹਿਤ ਬੜੀ ਜ਼ਰੂਰੀ ਹੈ। ਅੰਦਰ ਸ਼ੁਭ ਗੁਣ ਹੋਣੇ ਇਹ ਗੁਰੂ ਦੱਸਦਾ ਹੈ। ਹਾਂਜੀ। ਮਿਟੈ ਭਰਮ ਚਿਤ ਸ਼ਾਂਤੀ ਪਾਏ, ਅਨਕ ਕਲਪਨਾ ਹਿਰਦੈ ਨ ਸਾਏ। ਫਿਰ ਕੀ ਹੋਏਗਾ? ਭਰਮ ਮਿਟਣਗੇ, ਅੰਦਰ ਸ਼ਾਂਤੀ ਆਵੇਗੀ, ਕਲਪਨਾ ਚਲੀ ਜਾਏਗੀ। ਸਾਰਾ ਦਿਨ ਸਾਡਾ ਕਲਪਨਾਵਾਂ ਵਿੱਚ ਹੀ ਲੰਘ ਜਾਂਦਾ ਹੈ। ਸਕੀਮਾਂ ਬਣਾਉਂਦੇ ਰਹਿੰਦੇ ਆ, ਫੁਰਨੇ ਬਣਾਉਂਦੇ ਰਹਿੰਦੇ ਆ, ਜਾਂ ਫਿਰ ਅਸੀਂ ਇੱਕ ਦੂਜੇ ਦੇ ਨਾਲ ਹਮੇਸ਼ਾ ਹੀ ਝਗੜਦੇ, ਈਰਖਾ ਕਰਦੇ ਰਹਿੰਦੇ ਆ। ਕਲਪਨਾ ਦੇ ਦੋਵੇਂ ਅਰਥ ਨੇ। ਇੱਕ ਇਹ ਵੀ ਹੈ ਜਿਵੇਂ ਆਪਾਂ ਕਹਿੰਦੇ ਉਹ ਤੂੰ ਘੱਟ ਕਲਪਿਆ ਕਰ ਓਏ, ਸਾਰਾ ਦਿਨ ਕਲਪਦਾ ਹੀ ਰਹਿਣਾ, ਐਵੇਂ ਲੂ ਲੂ ਕਰੀ ਜਾਣਾ। ਇੱਕ ਹੁੰਦੀਆਂ ਨੇ ਕਲਪਨਾਵਾਂ, ਸੁਪਨੇ ਹੀ ਲਈ ਜਾਣੇ, ਅੱਜ ਇਹ ਹੋਏਗਾ, ਕੱਲ ਉਹ ਹੋਏਗਾ। ਸਾਡੇ 'ਚ ਬੜੀ ਦੁਨੀਆ ਜਿਹੜੀ ਸੁਪਨਿਆਂ 'ਚ ਹੀ ਗੁਜ਼ਰਦੀ ਫਿਰਦੀ ਹੈ। ਇੱਦਾਂ ਹੋ ਜਾਏਗਾ ਫਿਰ ਮੈਂ ਇੱਦਾਂ ਕਰਾਂਗਾ, ਇੱਦਾਂ ਹੋ ਜਾਏਗਾ ਫਿਰ ਮੈਂ ਇੱਦਾਂ ਕਰਾਂਗਾ। ਉਹ ਕਈ ਇਹਨੂੰ ਕਹਿੰਦੇ ਸ਼ੇਖ ਸ਼ਲੀ। ਕਈ ਲੋਕ
ਇਦਾਂ ਸ਼ੇਖਸ਼ਿਲੀ ਬਣ ਕੇ ਆਪਣੀ ਜ਼ਿੰਦਗੀ ਕੱਟ ਲੈਂਦੇ ਨੇ। ਹਾਂਜੀ। ਵਹਿਰ ਬਿਖਪਰ ਦ੍ਰਿਸ਼ਟ ਨਾ ਧਾਰੈ, ਅੰਤਰ ਮੁਖੀ ਬ੍ਰਿਤ ਕੋ ਪਾਰੈ। ਇਸ ਕਰਕੇ ਵਹਿਰ ਬੇਖ ਪਰ ਦ੍ਰਿਸ਼ਟ ਨਾ ਧਾਰੈ, ਬਾਹਰ ਦੇ ਭੇਖ ਦੇ ਉੱਤੇ ਧਿਆਨ ਨਹੀਂ ਰੱਖਣਾ। ਇਹ ਜ਼ਰੂਰ ਚੇਤਾ ਰੱਖਣਾ, ਹਰ ਸਵਾਹ ਜਿਹੜੀ ਹੈ ਨਾ ਉਹ ਜ਼ਰੂਰੀ ਨਹੀਂ ਸਵਾਹ ਹੋਵੇ, ਉਹਦੇ ਵਿੱਚ ਅੱਗ ਵੀ ਹੋ ਸਕਦੀ ਹੈ। ਹੁਣ ਆਪ ਜੀ ਤਾਂ ਸ਼ਹਿਰਾਂ 'ਚ ਰਹਿੰਦੇ ਹੋ, ਮੇਰਾ ਖਿਆਲ ਪਿੰਡਾਂ ਦਾ ਕੋਈ ਬੱਚਾ ਜਵਾਕ ਐਸਾ ਨਹੀਂ ਹੋਏਗਾ ਜਿਹਦੇ ਇੱਕ ਦੋ ਵਾਰੀ ਪੈਰ ਨਾ ਸੜੇ ਹੋਣ, ਕਿਉਂਕਿ ਜਿਹੜੀ ਅੱਗ ਬਲ ਕੇ ਸਵਾਹ ਬਣ ਜਾਂਦੀ ਹੈ ਨਾ, ਅੱਗ ਬਲ ਕੇ ਹਟ ਜਾਏ ਤੇ ਸਵਾਹ ਬਣਦੀ ਹੈ, ਉਹਦੇ ਵਿੱਚ ਤੁਰੀਏ ਭੱਜੀਏ ਸਵਾਦ ਬੜਾ ਆਉਂਦਾ ਹੈ, ਕਿਉਂਕਿ ਮਿੱਟੀ ਭਾਰੀ ਹੁੰਦੀ ਹੈ, ਸਵਾਹ ਹੌਲੀ ਹੁੰਦੀ ਹੈ। ਤੇ ਮੇਰਾ ਖਿਆਲ ਤਾਂ ਨਹੀਂ ਵੀ ਕਿਸੇ ਬੱਚੇ ਨੇ ਖੇਡ ਨਾ ਖੇਡੀ ਹੋਵੇ, ਕਿਉਂਕਿ ਮੇਰੇ ਵੀ ਪੈਰ ਸੜੇ ਨੇ। ਫਿਰ ਅਸੀਂ ਭੱਜੇ ਆਉਂਦੇ ਆ ਕੇ ਉਹਦੇ ਸਵਾਹ ਦੇ ਵਿੱਚ ਪੈਰ ਮਾਰਦੇ, ਪਤਾ ਉਦੋਂ ਲੱਗਦਾ ਜਦੋਂ ਥੱਲੇ ਅੱਗ ਅਜੇ ਵੀ ਬਚੀ ਹੁੰਦੀ ਹੈ ਤੇ ਪੈਰ ਸੜ ਜਾਂਦੇ ਨੇ। ਤੋ ਇਸ ਕਰਕੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਬਾਹਰੀ ਰੂਪ ਵੇਖ ਕੇ ਕੋਈ ਗੱਲ ਫੈਸਲਾ ਕਰ ਲਓ ਨਾ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗੇ ਗੁਣ ਨੇ, ਬਾਹਰ ਖੱਦਰ ਦੇ ਕੱਪੜੇ ਪਾਏ ਕੀ ਫਰਕ ਪੈਂਦਾ। ਗੱਲ ਤੇ ਇਹ ਹੈ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਪਰ ਸਾਡੇ 'ਚ ਬਹੁਤੇ ਉਹ ਨੇ ਜਿਹੜੇ ਜੀਓ ਮੈਲੇ ਬਾਹਰੋਂ ਨਿਰਮਲ, ਅੰਦਰੋਂ ਬਿਲਕੁਲ ਮੈਲੇ ਕਾਲੇ, ਬਾਹਰ ਚਿੱਟੇ ਕੱਪੜੇ ਪਾਏ ਹੋਏ ਨੇ। ਲਿਖਿਆ ਬਾਣੀ 'ਚ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਹਾਂਜੀ। ਸੁਨ ਪੰਡਤ ਉਰ ਲੇਹੋ ਵਿਚਾਰੀ, ਜਬ ਲੋ ਮਨ ਹੈ ਵਿਸ਼ੈ ਵਿਕਾਰੀ। ਪੰਡਤ ਸੁਣ, ਜਿੰਨਾ ਚਿਰ ਮਨ ਵਿੱਚ ਵਿਸ਼ੇ ਵਿਕਾਰ ਨੇ, ਜਿੰਨਾ ਚਿਰ ਮਨ ਵਿੱਚ ਔਗਣ ਨੇ, ਦੋਸ਼ ਨੇ। ਹਾਂਜੀ। ਵਹਿਰ ਭੇਖ ਤਬ ਲੋ ਸਭ ਕਾਚਾ, ਸਾਚ ਸੰਗ ਰੰਚਿਕ ਨਹਿ ਰਾਚਾ। ਉਦੋਂ ਤੱਕ ਜਿਹੜਾ ਬਾਹਰ ਦਾ ਭੇਖ ਹੈ ਇਹ ਕੱਚਾ ਹੈ, ਝੂਠਾ ਹੈ, ਇਹ ਅਡੰਬਰ ਹੈ, ਸਿਰਫ ਵਿਖਾਵਾ ਹੈ। ਇਸ ਕਰਕੇ ਸਾਚ ਸੰਗ ਰੰਚਕ ਨਹਿ ਰਾਚਾ, ਇਹ ਸਮਝ ਲੈਣਾ ਵੀ ਉਹ ਸੱਚ ਦੇ ਰੰਗ ਵਿੱਚ ਰੰਗਿਆ ਹੋਇਆ ਨਹੀਂ ਹੈ, ਉਹ ਸਿਰਫ ਵਿਖਾਵਾ ਹੈ, ਉਹ ਭੇਖ ਹੈ। ਉਹ ਸਿਰਫ ਲੋਕਾਂ ਨੂੰ ਭਰਮਾ ਸਕਦਾ ਹੈ, ਲੋਕਾਂ ਨੂੰ ਭੁਲੇਖਾ ਪਾ ਸਕਦਾ ਹੈ। ਹਾਂਜੀ। ਸਹਿ ਸੀਸ ਜਮ ਡੰਡ ਵਿਸਾਲਾ, ਸਦਾ ਫਸੇ ਤ੍ਰਿਸ਼ਨਾ ਕੇ ਜਾਲਾ। ਜਿਹੜੇ ਲੋਕ ਸਦਾ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਨੇ, ਵਹਿਰ ਭੇਖ ਤਬ ਲਓ ਸਭ ਕੱਚ, ਸਹੇ ਸੀਸ ਜਮ ਡੰਡ ਵਿਸਾਲਾ। ਇਹੋ ਜਿਹੇ ਲੋਕ ਜਦੋਂ ਮਰਦੇ ਨੇ ਤੇ ਉਹਨਾਂ ਨੂੰ ਜਮ ਡੰਡ ਸਹਾਰਨੇ ਪੈਂਦੇ ਨੇ। ਜਮਾਂ ਦਾ ਡੰਡਾ ਸਿਰ 'ਚ ਵੱਜਦਾ ਉਹਨਾਂ ਦਾ, ਜਮਾਂ ਦੇ ਡੰਡੇ ਉਹਨਾਂ ਨੂੰ ਆਪਣੀ ਕਮਰ ਤੇ ਖਾਣੇ ਪੈਂਦੇ ਨੇ। ਹਾਂਜੀ। ਕਾਮ ਕ੍ਰੋਧ ਮਦ ਮਾਨ ਮਲੀਨੇ, ਨਿਜ ਸਰੂਪ ਲਖੈ ਨਾ ਮਤ ਹੀਨੇ। ਕਾਮ ਕ੍ਰੋਧ ਮਦ ਮਾਨ ਮਲੀਨੇ, ਜਿਹੜੇ ਕਾਮੀ ਨੇ, ਕ੍ਰੋਧੀ ਨੇ, ਨਸ਼ੈੜੀ ਨੇ, ਹੰਕਾਰੀ ਨੇ, ਮੈਲੇ ਨੇ, ਨਿਜ ਸਰੂਪ ਲਖੇ ਨੈ ਮਤਹੀਨੇ। ਉਹਨਾਂ ਨੂੰ ਕੀ ਪਤਾ ਹੈ ਉਹਨਾਂ ਦਾ ਨਿਜ ਰੂਪ ਕੀ ਹੈ। ਸਾਡਾ ਨਿਜ ਰੂਪ ਪਤਾ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੰਦਾ ਰੱਬ ਦਾ ਰੂਪ ਹੈ, ਪਰ ਮੈਲੇ ਨੂੰ, ਕਚੈਲੇ ਨੂੰ, ਕਾਮੀ ਨੂੰ, ਕ੍ਰੋਧੀ ਨੂੰ, ਲੋਭੀ ਨੂੰ, ਹੰਕਾਰੀ ਨੂੰ, ਉਹਨੂੰ ਕੀ ਪਤਾ ਮੈਂ ਕੀ ਹਾਂ। ਹਾਂਜੀ। ਪੂਰਬ ਪੁੰਨ ਪੁੰਜ ਮੈਂ ਜਬ ਹੀ, ਮਿਲੈ ਕਿਰਪਾ ਕਰ ਸਤਿਗੁਰ ਤਬ ਹੀ। ਇਹ ਤਾਂ ਜਦੋਂ ਪੁੰਨ ਇਕੱਠੇ ਹੋਣਗੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਤੋ ਭੇਟਿਓ ਪੁਰਖ ਰਸਕ ਬੈਰਾਗੀ।
ਐਵੇਂ ਗੁਰੂ ਨਹੀਂ ਮਿਲਦਾ। ਹੁਣ ਆਪਾਂ ਸਾਰਿਆਂ ਨੂੰ ਪਤਾ ਅੰਮ੍ਰਿਤ ਸੰਚਾਰ ਹੁੰਦਾ ਹੈ, ਸਾਰੇ ਅੰਮ੍ਰਿਤ ਛਕਦੇ ਨੇ ਨਾ। ਆਪਾਂ ਨੂੰ ਪਤਾ ਗੁਰੂ ਵਾਲੇ ਬਣਨਾ ਚਾਹੀਦਾ, ਪਰ ਆਪਾਂ ਕਹਿੰਦੇ ਚੱਕ ਬਾਬਾ 10 ਰੁਪਈਏ ਸਾਡਾ ਕੰਮ ਕਰ ਦੇ, ਆ ਟੋਕਨ ਮਨੀ ਲੈ ਲਾ, ਅਸੀਂ ਚੱਲੇ ਆ। ਅਸੀਂ ਗੁਰੂ ਵਾਲੇ ਨਹੀਂ ਬਣਦੇ। ਗੁਰੂ ਵਾਲੇ ਬਣਾਂਗੇ ਤੇ ਗੁਰੂ ਦੀ ਵੀ ਜ਼ਿੰਮੇਵਾਰੀ ਹੋ ਜਾਏਗੀ ਕਿ ਭਾਈ ਇਹ ਮੇਰਾ ਸਿੱਖ ਹੈ, ਇਹਦੀ ਮੈਂ ਬਾਂਹ ਨਹੀਂ ਫੜਨੀ ਤੇ ਕੌਣ ਫੜੇਗਾ। ਕਿਰਪਾ ਰਾਮ ਪੰਡਤ ਨੇ ਆ ਕੇ ਗੁਰੂ ਜੀ ਨੂੰ ਆਪਣੀ ਬਾਂਹ ਫੜਾਈ ਸੀ। ਜੇ ਜਾਣ ਪਛਾਣ ਦੀ ਗੱਲ ਕਰੀਏ ਤੇ ਉਹਨੂੰ ਕਸ਼ਮੀਰ 'ਚ ਪਤਾ ਹੀ ਹੋਏਗਾ ਵੀ ਗੁਰੂ ਤੇਗ ਬਹਾਦਰ ਵੀ ਹੈਗੇ ਨੇ, ਪਰ ਜਦੋਂ ਉਹਨੇ ਬਾਂਹ ਫੜਾਈ ਤੇ ਉਹਦਾ ਭਲਾ ਹੋ ਗਿਆ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਮੈਂ ਇੱਕ ਬੇਨਤੀ ਕਰਾਂ, ਮੈਂ ਬਾਹਰ ਬਰਸ਼ੇ ਵਾਲੇ ਨੂੰ ਪਹਿਲਾਂ ਵੀ ਵੀਰ ਨੂੰ ਕਿਹਾ ਸੀਗਾ, ਸੇਵਾਦਾਰਾਂ ਨੂੰ ਵੀ ਕਿਹਾ ਕਿ ਕੋਈ ਵੀ ਸੱਜਣ ਬਿਨਾਂ ਮਾਸਕ ਅੰਦਰ ਨਾ ਆਉਣ ਦਿੱਤਾ ਜਾਏ। ਇਹ ਇਨਡੋਰ ਹੈ, ਅੰਦਰ ਬੈਠੇ ਆਪਾਂ। ਇਹ ਜਾਣਦਿਆਂ ਹੋਇਆਂ ਵੀ ਹਰ ਗਲੀ 'ਚੋਂ ਅਰਥੀ ਉੱਠ ਰਹੀ ਹੈ, ਫਿਰ ਅਸੀਂ ਬੇਪਰਵਾਹ ਹਾਂ। ਪਤਾ ਨਹੀਂ ਸਾਨੂੰ ਕੀ ਭੁਲੇਖਾ, ਕਿਹੜੇ ਭੁਲੇਖੇ 'ਚ ਅਸੀਂ ਫਿਰਦੇ ਹਾਂ। ਆਕਸੀਜਨ ਕੋਈ ਨਹੀਂ, ਵੈਂਟੀਲੇਟਰ ਕੋਈ ਨਹੀਂ, ਅਸੀਂ ਪੈਣ ਨੂੰ ਤਿਆਰ ਹਾਂ ਮੰਜੀ ਤੇ ਵੀ ਕੋਈ ਨਹੀਂ, ਆਪੇ ਲੱਭ ਜਾਏਗਾ। ਔਰ ਜਿਹੜੇ ਮਾਸਕ ਵੀ ਲਾਉਨੇ ਅਸੀਂ ਨੱਕ ਫੇਰ ਬਾਹਰ ਕੱਢ ਲੈਂਦੇ। ਪੁੱਛੋ ਵੀ ਇਹ ਜਿਹੜਾ ਇਹ ਕਰੋਨਾ ਹੈ ਇਹ ਕਿੱਥੋਂ ਵੜਦਾ ਹੈ? ਇਹ ਬਾਹਾਂ 'ਚੋਂ ਤੇ ਵੜਨਾ ਨਹੀਂ, ਵੜਨਾ ਤੇ ਨੱਕ ਥਾਣੀ, ਜਿੱਥੋਂ ਸਾਹ ਲਓਗੇ ਤੁਸੀਂ, ਨੱਕ ਫੇਰ ਬਾਹਰ ਕੱਢ ਲੈਂਦੇ ਆਪਾਂ। ਜਿੰਨਾ ਮਰਜ਼ੀ ਹੱਥ ਜੋੜ ਲਓ, ਜਿੰਨੀਆਂ ਮਰਜ਼ੀ ਬੇਨਤੀਆਂ ਕਰ ਲਓ, ਨਾ ਲੋਕਡਾਊਨ ਦਾ ਅਰਥ ਹੈ ਸਾਡੇ ਤੇ, ਨਾ ਕਰਫਿਊ ਦਾ ਸਾਡੇ ਤੇ ਕੋਈ ਅਰਥ ਹੈ, ਨਾ ਬੇਨਤੀਆਂ ਦਾ ਸਾਡੇ ਤੇ ਕੋਈ ਅਰਥ ਹੈ। ਪਤਾ ਨਹੀਂ ਆਪਾਂ ਕਿੰਨਾ ਕੁ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ। ਸੋ ਇਸ ਕਰਕੇ ਮੇਰੀ ਬੇਨਤੀ ਹੈ ਬਾਰ-ਬਾਰ, ਆਪਣੇ ਆਪ ਨੂੰ ਬਚਾਓ। ਆਪਾਂ ਜੇ ਸਾਰੇ ਆਪਣੇ ਆਪ ਨੂੰ ਬਚਾ ਲਵਾਂਗੇ ਤੇ ਸਮਾਂ ਠੀਕ ਆ ਜਾਏਗਾ, ਨਹੀਂ ਤੇ ਅਜੇ ਤੱਕ ਤਾਂ ਸਮਾਂ ਠੀਕ ਨਹੀਂ ਹੈਗਾ। ਸੋ ਆਓ ਆਪਣਾ, ਆਪਣਿਆਂ ਦਾ, ਸਰਬੱਤ ਦਾ ਜਿਨ੍ਹਾਂ ਗੱਲਾਂ ਵਿੱਚ ਭਲਾ ਹੈ ਉਹ ਸਾਰੀਆਂ ਗੱਲਾਂ ਆਪਾਂ ਆਪਣੇ ਜੀਵਨ ਵਿੱਚ ਮੰਨ ਲਈਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।